ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 988 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ 988 ਆਪਾਂ ਮਾਲੀ ਗੌੜਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਹੈਗੀ ਸ਼ੁਰੂ ਕਰ ਰਹੇ ਹਾਂ। ਇਹ ਬਾਣੀ ਜਿਹੜੀ ਹੈਗੀ ਇਸ ਰਾਗ ਦੇ ਵਿੱਚ ਨਾਮਦੇਵ ਜੀ ਤੋਂ ਸ਼ੁਰੂ ਹੋਈ ਆ। ਜਨਰਲੀ ਜਿਹੜੀ ਹੈਗੀ ਕਬੀਰ ਜੀ ਤੋਂ ਸ਼ੁਰੂ ਹੁੰਦੀ ਹੈ। ਇਹ ਮਾਲੀ ਗੌੜਾ ਰਾਗ ਦੇ ਵਿੱਚ ਨਾਮਦੇਵ ਜੀ ਤੋਂ ਸ਼ੁਰੂ ਹੋ ਰਹੀ ਹੈ ਬਾਣੀ ਭਗਤਾਂ ਦੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਧੰਨ 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 ਓ ਧੰਨ ਧੰਨ ਓ ਰਾਮ ਬੇਨ ਬਾਜੈ। मधुर मधुर तूने अनहत गाजै रहाओ। रहाओ की पंक्ति पहला लगाए। इस तो अगे पहला बंद ये दोनों मिल के जिहड़े सेंट्रल आइडिया बनता है। अगला बंद की है तन तन मेघा रोमावली। तन तन कृष्ण ओढ़ै कांबली। तन तन मेघा रोमावली। तन तन कृष्ण ओढ़ै कांबली। आ हुण इत्थे दोनों बंद मिल के ये सेंट्रल आइडिया इहदे विच शब्द दा सार हैगा बई राम बेण बज्जी अंदर ते ओह कृष्ण जिहड़ा हैगा। ਹੁਣ ਇੱਥੇ ਸ਼ਬਦ ਦੇ ਸ਼ਾਬਦਿਕ ਅਰਥ ਲਵਾਂਗੇ ਤੇ ਕ੍ਰਿਸ਼ਨ ਜਿਹੜਾ ਹੈਗਾ ਕੰਬਲੀ ਜਿਹੜਾ ਹੈਗਾ ਓੜ ਲਈ। ਮੇਘਾ ਕਹਿੰਦੇ ਆ ਜੀ ਲਓ ਜੀ ਭੇਡੂ। ਰੋਮਾਵਲੀ ਕਹਿੰਦੇ ਉਹਦੇ ਬਾਲ ਭੇਡੂ ਦੇ। ਇਹ ਕਾਹਦਾ ਬ੍ਰਹਮ ਗਿਆਨ ਹੈ ਜੀ ਵੀ ਭੇਡੂ ਦੀ ਰੋਮਾਵਲੀ ਜਿਹੜੇ ਆ ਭੇਡ ਦੇ ਬਾਲ ਜਿਹੜੇ ਹੈਗੇ ਕ੍ਰਿਸ਼ਨ ਨੇ ਕੰਬਲੀ ਓੜ ਲਈ ਉਹਨਾਂ ਦੀ। ਉੱਪਰ ਤਾਂ ਕਹਿ ਰਿਹਾ ਧੰਨ ਧੰਨ ਉਹ ਰਾਮ ਬੇਨ ਬਾਜੈ। ਇੱਥੇ ਤਾਂ ਰਾਮ ਦੀ ਬੀਣਾ ਵੱਜ ਰਹੀ, ਅੰਦਰ ਜਿਹੜੀ ਬੀਣਾ ਵੱਜ ਰਹੀ। ਪਹਿਲਾਂ ਜਿਹੜਾ ਹੈਗਾ ਸੁੰਨ ਦੇ ਸ਼ਬਦ ਆਉਂਦੇ, ਸੁੰਨ ਸੰਨਾਟਾ। ਜਿਸ ਤਰ੍ਹਾਂ ਜੰਗਲ ਦੇ ਵਿੱਚ ਜਾਈਏ ਸਾਂ ਸਾਂ ਹੁੰਦੀ ਹੈ, ਉਹ ਉਵੇਂ ਦੇ ਸ਼ਬਦ ਪਹਿਲਾਂ ਉਹ ਸ਼ੁਰੂ ਹੁੰਦਾ ਹੈ। ਉਹਨੂੰ ਪੜਾਂਗੇ ਤੇ ਇਹ ਜਿਹੜਾ ਵਿਚਾਰ ਮੰਡਲ ਕਲਾਸ ਹੁੰਦਾ, ਵਿਚਾਰ ਬੰਦ ਹੁੰਦੇ ਆ। ਔਰ ਉਹ ਤਾਂ ਇੰਨੀ ਮਧੁਰ ਨਹੀਂ ਹੈਗਾ, ਕਿਉਂਕਿ ਜੇ ਉਹ ਮਧੁਰ ਹੁੰਦਾ ਤਾਂ ਫਿਰ ਤਾਂ ਸਾਰੇ ਪਾਰ ਹੋ ਜਾਣਾ ਸੀ। ਮਧੁਰ ਧੁਨ ਤਾਂ ਸਾਰੇ ਪਸੰਦ ਕਰਦੇ ਆ ਸੁਣਨੀ। ਫਿਰ ਤਾਂ ਸਾਰੇ ਭਾਈ ਯਾਤਰਾ ਤਾਂ ਫਿਰ ਸੁਖੈਨ ਹੋ ਜਾਣੀ ਸੀ ਭਾਈ। ਮਾੜੇ ਜਿਹੇ ਵਿਚਾਰ ਬੰਦ ਕੀਤੇ, ਉਹ ਮਧੁਰ ਬੇਨ ਆ ਗਈ ਤੇ ਚਲੋ ਜੀ ਅੱਗੇ ਪਾਰ ਵਿਚਾਰ ਮੰਡਲ ਕ੍ਰਾਸ। ਇੱਥੇ ਹੀ ਤਾਂ ਘੜਨਾ ਹੈ ਸਾਰਾ ਕੁਛ। ਜੇ ਉਹ ਧੁਨ ਮਧੁਰ ਹੋ ਜਾਏ ਤੇ ਫਿਰ ਇੱਥੇ ਤਾਂ ਘੜਿਆ ਜਾਏ, ਫਿਰ ਤਾਂ ਪਾਰ ਹੈ ਕੰਮ। ਇਹ ਧੁਨ ਅੱਗੇ ਆਉਣੀ ਹੈ ਜਾ ਕੇ। ਤਨ ਤਨ ਉਹ ਰਾਮ ਬੇਣ ਬਾਜੇ। ਰਾਮ ਬੇਣ ਜਿਹੜੀ ਹੈਗੀ ਅੱਗੇ ਵੱਜਣੀ ਹੈ ਭਾਈ। ਪਹਿਲਾਂ ਤਾਂ ਵਿਚਾਰ ਮੰਡਲ ਕ੍ਰਾਸ ਕਰਨਾ ਹੈ ਆਪਾਂ ਨੇ। ਉਹ ਜਿਹੜਾ ਹੈਗਾ ਸੁੰਨ ਦੇ ਜਿਹੜੇ ਹੈਗੇ ਸੁੰਨ ਦੇ ਸ਼ਬਦ ਹੈਗੇ, ਜਿਹੜਾ ਸੁੰਨ ਇਹਨੂੰ ਸੁਣ ਕੇ ਜਿਹੜਾ ਹੈਗਾ ਉਹ ਪਤਾ ਨਹੀਂ ਕੀ ਵੱਜਦੇ, ਘੁੰਗਰੂ ਵੱਜਦੇ ਨਾਲ ਕੀ ਹੁੰਦਾ ਉਹਨਾਂ ਦੇ ਵਿੱਚ, ਸੀਟੀਆਂ ਹੁੰਦੀਆਂ ਕਿਸ ਤਰ੍ਹਾਂ ਜਿਹੜੀ ਹੈਗੀ ਉਹ ਉਹਨਾਂ ਨੂੰ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਬਸ ਉਹ ਸੰਨਾਟੇ ਦਾ ਹੈਗਾ। ਉਹਨਾਂ ਨੂੰ ਉਸ ਨੂੰ ਫੜਨਾ ਹੈ ਆਪਾਂ ਨੇ। ਉਸ ਨੂੰ ਫੜ ਕੇ ਜਿਹੜਾ ਹੈਗਾ ਸਾਰਾ ਕੁਛ, ਸਾਰੇ ਆਪਣੇ ਦੁਨੀਆਦਾਰੀ ਜਿਹੜੀ ਹੈਗੀ ਪਾਸਟ ਫਿਊਚਰ ਸਾਰਾ ਉਹ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਲੀਨ ਹੋ ਜਾਂਦੇ। ਬਸ ਉੱਥੇ ਬੈਠੇ ਰਹਿਣਾ ਹੈ ਬਸ ਉਸ ਜਗ੍ਹਾ 'ਤੇ। ਔਰ ਫਿਰ ਅੱਗੇ ਮਾਲਕ ਨੇ ਮਿਹਰ ਕਰਨਾ ਹੈ। ਉੱਥੇ ਕਿੰਨੀ ਦੇਰ ਕਢਾਉਣਾ ਹੈ, ਜਦ ਤੱਕ ਆਪਣਾ ਕਿੰਨਾ ਕੁ ਗਾਰਬੇਜ ਹੈਗਾ ਉਹ ਸਾਰਾ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਆਪੇ ਕਰ ਦੇਣਾ। ਤਨ ਤਨ ਉਹ ਰਾਮ ਬੇਨ ਬਾਜੈ। ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਓ। ਇਹ ਰਾਮ ਦੀ ਬੀਣਾ ਜਿਹੜੀ ਹੈਗੀ, ਬੇਨ ਜਿਹੜੀ ਹੈ, ਬੀਣਾ ਜਿਹੜੀ ਹੈਗੀ ਆ, ਇਹ ਵੱਜਣ ਲੱਗ ਗਈ। ਕਹਿੰਦੇ ਤਾਨਿਆ ਭਾਈ। ਤਨ ਤਨ ਉਹ ਰਾਮ ਬੇਨ ਬਾਜੇ, ਜਿਨ੍ਹਾਂ ਦੇ ਅੰਦਰ ਵੱਜਦੀ ਹੈ ਬੀਣਾ ਰਾਮ ਦੀ ਭਾਈ। ਤਾਨਿਆ ਉਹ ਵੀ। ਮਧੁਰ ਮਧੁਰ ਧੁਨ ਅਨਹਦ ਗਾਜੈ। ਮਧੁਰ ਮਧੁਰ ਧੁਨ ਦੇ ਵਿੱਚ ਉਹ ਅਨਹਤ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਗੱਜਦਾ ਹੈ। ਐਸੀ ਧੁਨ ਆ ਮਾਲਕ ਪਰਮਾਤਮਾ ਦੇ ਕੋਲੋਂ ਆ ਰਹੀ, ਉਹਦੇ ਦਰ ਤੋਂ ਆ ਰਹੀ ਹੈ ਮਾਲਕ ਪਰਮਾਤਮਾ ਦੇ। ਰਹਾਓ ਤਨ ਤਨ ਮੇਘਾ ਰੋਮਾਵਲੀ।
ਧੰਨ ਧੰਨ ਮੇਘਾ ਰੋਮਾਵਲੀ, ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ। ਆਪਣੇ ਅੰਦਰ ਦੇਖ ਲਓ ਕਿੰਨੇ ਕੁ ਸੈੱਲ ਹੈਗੇ ਆਪਣੇ ਅੰਦਰ, ਕਿੰਨੇ ਕੁ ਰੋਮ ਹੈਗੇ ਆਪਣੇ ਅੰਦਰ, ਕਿ ਤਾਨਿਆ ਇਹ ਸਰੀਰ ਕਹਿੰਦੇ ਆ। ਤਾਨਿਆ ਇਹਦੇ ਅੰਦਰ ਕਿੰਨੀ ਲਾਈਵ ਕਿੰਨੇ ਹੈ, ਕਿੰਨੀਆਂ ਲਾਈਵ ਜਿਹੜੇ ਹੈਗੇ ਜਾਨਾਂ ਹੈਗੀਆਂ ਕਿੰਨੀਆਂ ਕੁ ਆਪਣੇ ਅੰਦਰ। ਇਹ ਸਰੀਰ ਜਿਹੜਾ ਹੈਗਾ ਪੈਸਿਵ ਨਹੀਂ, ਇਹਦੇ ਅੰਦਰ ਜਿਹੜੇ ਹੈਗੇ ਆਪਾਂ ਹੀ ਇਕੱਲੇ ਨਹੀਂ ਹੈ ਜਾਨਦਾਰ, ਇਹਦੇ ਅੰਦਰ ਬਥੇਰੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈਗੇ ਆ। ਧੰਨ ਧੰਨ ਮੇਘਾ ਰੋਮਾਵਲੀ ਕਹਿੰਦੇ ਤਾਨਿਆ ਉਹ ਸਾਰੇ ਦੇ ਸਾਰੇ ਭਾਈ, ਤਾਨਿਆ ਸਾਰੇ ਦੇ ਸਾਰੇ, ਰੋਮਾਵਲੀ ਪੂਰੀ ਦੀ ਪੂਰੀ ਤਾਨਿਆ। ਧੰਨ ਧੰਨ ਕ੍ਰਿਸ਼ਨ ਓਡੇ ਕਾਂਬਲੀ, ਵਾਹ ਮਾਲਕਾ ਤੂੰ ਅੰਦਰ ਤੂੰ ਇਹ ਆ ਕੰਬਲੀ ਜਿਹੜੀ ਹੈਗੀ ਤੂੰ ਓੜ ਲਈ, ਮੇਰਾ ਜੀਵਨ ਸਫਲ ਹੋ ਗਿਆ। ਆ ਮਨੁੱਖਾ ਸਰੀਰ ਤੂੰ ਦਿੱਤਾ ਸੀ, ਇਹਦੇ ਵਿੱਚ ਤੂੰ ਪ੍ਰਗਟ ਹੋ ਗਿਆ ਮਾਲਕਾ। ਧੰਨ ਧੰਨ ਮੇਘਾ ਰੋਮਾਵਲੀ, ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ। ਇਹ ਕੋਈ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਨਹੀਂ ਹੋ ਰਹੀ, ਇਹ ਕ੍ਰਿਸ਼ਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੈਗਾ ਜਿਹੜਾ ਅੰਦਰ ਆਉਂਦਾ ਹੈ। ਧੰਨ ਧੰਨ ਮੇਘਾ ਰੋਮਾਵਲੀ, ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ। ਦੇਖੋ ਇਹਦੇ ਵਿੱਚ ਜਿਹੜਾ ਹੈਗਾ ਰਹਾਉ ਦੀ ਪੰਕਤੀ ਔਰ ਪਹਿਲੇ ਬੰਦ ਦੇ ਵਿੱਚ ਧੰਨ ਧੰਨ ਵਰਡ ਕਿੰਨੀ ਵਾਰੀ ਆਇਆ? 4 ਵਾਰੀ ਆਇਆ। ਦੇਖੋ ਹਾਂਜੀ ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ ਅੰਕ ਨੰਬਰ ਕਿੰਨਾ ਹੈ? 988 988 ਚੇਂਜ ਕਰਤਾ? ਹਾਂ, ਇਹ ਉਹ ਰਾਗ ਖਤਮ ਹੋ ਗਿਆ ਸੀ ਰਾਮਕਲੀ, ਹੁਣ ਅੱਗੇ ਮਾਲੀ ਗੌੜਾ ਚ ਹੈ ਭਗਤਾਂ ਦੀ ਬਾਣੀ। ਹਾਂਜੀ ਆਪ ਸ਼ੁਰੂ ਕਰੋ ਪਲੀਜ਼। ਹਾਂ ਪਹਿਲੇ ਤੋਂ ਕੋ ਬੋਲੋ। ਹਾਂਜੀ। ਧੰਨ ਧੰਨ ਉਹ ਰਾਮ ਬੇਨ ਬਾਜੇ, ਕਹਿੰਦੇ ਤਾਨਿਆ ਪਾਏ, ਤਾਨਿਆ ਉਹ ਅਭਿਆਸੀ, ਤਾਨਿਆ ਉਹ ਅਭਿਆਸੀ, ਤਾਨਿਆ ਉਹ ਮਨੁੱਖ ਜਿਹਦੇ ਅੰਦਰ ਇਹ ਰਾਮ ਦੀ ਬੀਣਾ ਵੱਜਣ ਲੱਗ ਪਈ, ਜਿਹੜਾ ਵਿਚਾਰ ਮੰਡਲ ਕ੍ਰਾਸ ਹੋ ਗਿਆ, ਜਿਹਨੇ ਆਪਣੇ ਆਪ ਨੂੰ ਘੜ ਲਿਆ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਆਹ ਚੀਜ਼ਾਂ ਘੜੀਆਂ ਗਈਆਂ ਜਿਹਦੇ ਅੰਦਰ ਇਹ ਰਾਮ ਦੀ ਬੀਣਾ ਵੱਜ ਪਈ ਪਾਏ, ਨਾਦ ਵੱਜ ਗਿਆ ਜਿਹਦੇ ਅੰਦਰ। ਕਹਿੰਦੇ ਉਹ ਤਾਂ ਤਾਨਿਆ ਪਾਏ, ਤਾਨਿਆ ਉਹ ਸਫਲ ਆ, ਜੋ ਸੰਸਾਰ ਚ ਆਇਆ ਸਫਲ ਆ ਪਾਏ। ਮਧੁਰ ਮਧੁਰ ਧੁਨ ਅਨਹਦ ਗਾਜੇ, ਕਹਿੰਦੇ ਇੰਨੀ ਮਿੱਠੀ ਮਿੱਠੀ ਧੁਨ ਦੇ ਵਿੱਚ ਉਹ ਅਨਹਦ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਗੱਜ ਰਿਹਾ ਹੈ। ਰਹਾਓ। ਹਾਂਜੀ ਗੋਰਖ ਸਾਹਿਬ। ਠੀਕ ਹੈ ਸਾਧ ਸੰਗਤ ਜੀ, ਉਹ ਕਹਿੰਦੇ ਆ ਧੰਨ ਧੰਨ ਉਹ ਰਾਮ ਬੇਨ ਬਾਜੇ। ਬੇਨ ਦਾ ਮਤਲਬ ਬੰਸਰੀ, ਬੰਸਰੀ ਦਾ ਮਤਲਬ ਇਹ ਨਾ ਸੋਚਿਆ ਕੋਈ ਬੰਸਰੀ ਕੰਨਾਂ 'ਚ ਵੱਜਦੀ ਹੈ। ਬੰਸਰੀ ਦਾ ਮਤਲਬ ਇੱਥੇ ਕਿ ਧੰਨ ਧੰਨ ਉਹ ਜਿਹੜਾ ਬੰਦਾ ਜਿਹੜਾ ਪ੍ਰਮਾਤਮਾ ਦੀ ਜਿਹੜੀ ਬਣਾਈ ਹੋਈ ਪ੍ਰਕਿਰਤੀ ਆ, ਉਹਦੇ ਸੁਰ ਨਾਲ ਜਿਹਦਾ ਸੁਰ ਮਿਲਿਆ ਹੋਇਆ। ਆਪਣੀ ਸਮਝੋ, ਸੁਰ ਤੇ ਅਸੁਰ, ਇਹ ਨਾਟਕ ਨਹੀਂ ਵੇਖਦੇ ਤੁਸੀਂ? ਉਹ ਦੇਵਤੇ ਤੇ ਰਾਖਸ਼ ਹੁੰਦੇ ਸੀ ਜਿਹੜੇ, ਉਹ ਰਾਖਸ਼ ਜਿਹੜੇ ਸੀ ਉਹਨਾਂ ਨੂੰ ਅਸੁਰ ਕਹਿੰਦੇ ਸੀ। ਤੇ ਹੁਣ ਆਪਾਂ ਆਮ ਤੌਰ ਤੇ ਪੁੱਛਦੇ ਹਾਂ ਸੁਰ ਕੌਣ ਆ, ਅਸੁਰ ਕੌਣ ਆ, ਦੇਵਤਾ ਕੌਣ ਆ, ਰਾਖਸ਼ ਕੌਣ ਆ? ਜਿਹੜਾ ਬੰਦਾ ਸੁਰ ਦੇ ਵਿੱਚ ਨਹੀਂ ਆ, ਸੁਰ ਦੇ ਚ ਪਤਾ ਆਪਾਂ ਕਹਿੰਦੇ ਨੀ ਲੋਕਾਂ ਨੂੰ, ਇਹ ਯਾਰ ਇਹ ਬੜਾ ਬੇਸੁਰਾ ਗਾਉਂਦਾ, ਇਹਦੇ ਸੁਰ ਸਹੀ ਨਹੀਂ। ਮਤਲਬ ਗਾਉਂਦਾ ਤਾਂ ਹੈਗਾ ਹੈ, ਪਰ ਉਸ ਤਰੀਕੇ ਨਾਲ ਨਹੀਂ ਗਾ ਰਿਹਾ ਜਿਸ ਤਰੀਕੇ ਨਾਲ ਇਹਨੂੰ ਗਾਉਣਾ ਚਾਹੀਦਾ। ਠੀਕ ਹੈ ਨਿੱਜਰ ਸਾਹਿਬ? ਹੁਣ ਇੱਥੇ ਰਾਮ ਬੇਨ ਦਾ ਵੱਜਦਾ ਬੰਸਰੀ ਦਾ ਮਤਲਬ ਇਹ ਨਾ ਸੋਚਿਓ ਕਿ ਕੰਨਾਂ 'ਚ ਬੰਸਰੀ ਵੱਜਦੀ ਆ। ਉਹਦਾ ਮਤਲਬ ਇਹੋ ਹੀ ਆ ਕਿ ਜਿਹੜਾ ਬੰਦਾ ਸੁਰ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ, ਜਿਹੜਾ ਪ੍ਰਕਿਰਤੀ ਦੇ ਨਿਯਮਾਂ ਨੂੰ ਸਮਝਦਾ ਹੈ, ਫਾਲਸ ਪਲੇ ਨਹੀਂ ਕਰ ਰਿਹਾ, ਜਿਹੜਾ ਕਿਸੇ ਤੇ ਅਟੈਕ ਨਹੀਂ ਕਰਾ ਸਕਦਾ। ਮਨਜੀਤ ਕੌਰ ਜੀ ਮਾਈਕ ਬੰਦ ਕਰ ਦਿਓ। ਮਨਜੀਤ ਜੀ ਮਾਈਕ ਬੰਦ ਕਰ ਦਿਓ। ਆਪਸ ਦੇ ਵਿੱਚ ਹੀ ਲੜੀ ਜਾ ਰਹੇ। ਕੋਈ ਨਹੀਂ। ਅੱਛਾ, ਇਹ ਸੁਰ ਤੇ ਅਸੁਰ ਕੌਣ ਨੇ? ਸੁਰ ਦਾ ਮਤਲਬ ਉਹ ਜਿਨ੍ਹਾਂ ਦੇ ਕੰਨਾਂ 'ਚ ਬੀਨ ਵੱਜ ਰਹੀ ਆ, ਬੀਨ ਵੱਜ ਰਹੀ ਆ, ਮਤਲਬ ਜਿਨ੍ਹਾਂ ਨੂੰ ਪਤਾ ਹੈ ਪ੍ਰਕਿਰਤੀ ਕੀ ਹੈ, ਮੈਂ ਕੀ ਆ ਔਰ ਮੇਰਾ ਕੀ ਰਾਈਟ ਹੈਗੇ ਨੇ ਤੇ ਮੇਰੇ ਰਾਈਟ ਨਹੀਂ ਹਨ। ਜਿਹਨੂੰ ਆਪਣੇ ਆਪ ਦਾ ਵੀ ਗਿਆਨ ਆ ਔਰ ਉਹਨੂੰ ਪ੍ਰਮਾਤਮਾ ਦਾ ਆਪਣਾ ਹਵਾ ਮੰਡਲ ਦਾ ਗਿਆਨ ਹੈਗਾ, ਜਿਹਨੇ ਭਗਤੀ ਕਰ ਲਈ ਆ,
ਜਿਹਦੇ ਅੰਦਰੋਂ ਇਹ ਤੱਤ ਗਿਆਨ ਪ੍ਰਗਟ ਹੋ ਗਿਆ, ਜਿਹੜਾ ਉਹ ਸਹੀ ਤਰੀਕੇ ਨਾਲ ਜੀਵਨ ਬਤੀਤ ਕਰ ਰਿਹਾ ਹੈ। ਪਲੀਜ਼ ਆਪ ਸਮਝੋ, ਕੋਈ ਕੰਨਾਂ 'ਚ ਬੰਸਰੀ ਵੱਜਣ ਦੇ ਨਾਲ ਤੁਹਾਡਾ ਜੀਵਨ ਨਹੀਂ ਜੋ ਬਦਲਣਾ। ਪ੍ਰਕਿਰਤੀ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਜਿਹੜਾ ਚੱਲ ਰਿਹਾ, ਜਿਹੜਾ ਆਪਣੀ ਕਮਾਈ ਖਾ ਰਿਹਾ, ਆਪਣੀ ਮਿਹਨਤ ਦੀ ਕਮਾਈ ਖਾ ਰਿਹਾ ਜੀ, ਜਿਹੜਾ ਭਗਤੀ ਕਰਕੇ ਜਿੰਨੇ ਅਗਿਆਨ ਰੂਪੀ ਭਰਮ ਨੂੰ ਖਤਮ ਕਰ ਲਿਆ, ਕਾਫੀ ਵੱਡੀ ਗੱਲ ਆ। ਉਹ ਧੰਨ ਆ, ਕੋਈ ਆਮ ਐ ਨਹੀਂ ਕੋਈ ਮਤਲਬ। ਗੋਰਕੀ ਸਾਹਿਬ, ਇਹ ਬੇਣ ਵੱਜਣੀ ਉਹਦੇ ਅੰਦਰ ਆ। ਹਾਂ, ਜਿਹੜਾ ਨਿਯਮ ਦੇ ਵਿੱਚ ਜਿੰਨੇ ਆਪਣਾ ਹਾਰਮੋਨੀਅਮ ਐਡਜਸਟ ਕਰ ਲਿਆ ਵਾ, ਉਹ ਆਪ ਪਲੀਜ਼ ਸਮਝੋ। ਜਿਹੜਾ ਕਾਫੀ ਕੋਈ ਕਹਿ ਲਓ, ਇਹ ਬ੍ਰਹਮ ਗਿਆਨੀ ਦੀ ਗੱਲ ਕਰ ਰਿਹਾ, ਬ੍ਰਹਮ ਗਿਆਨੀ ਕਹਿ ਲਓ ਜਾਂ ਕੋਈ ਸੰਤ ਕਹਿ ਲਓ। ਸੰਤ ਬ੍ਰਹਮ ਗਿਆਨੀ ਦਾ ਮਤਲਬ ਕੋਈ ਬ੍ਰਹਮ ਗਿਆਨੀ ਇਨਸਾਨ ਹੀ ਆ, ਬਟ ਜਿਹਨੇ ਆਪਣਾ ਵਾਜਾ ਠੀਕ ਕਰ ਲਿਆ, ਜਿਹਦੇ ਵਾਜੇ ਦੇ ਉੱਪਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੀਆਂ ਤਰੰਗਾਂ ਵਾ ਜਾਂ ਸੁਰਾਂ ਨਹੀਂ ਲਾਈਆਂ ਜਾਂਦੀਆਂ। ਇਹ ਬੰਦੇ ਕਿਹੜੇ ਹੈਗੇ ਨੇ? ਇਹ ਰਾਮ ਦੀ ਬੀਨ ਉਹਨਾਂ 'ਚ ਵੱਜ ਰਹੀ ਆ, ਕਿਉਂਕਿ ਉਹਨਾਂ ਨੇ ਇੰਸਟਰੂਮੈਂਟ ਨੂੰ ਐਡਜਸਟ ਕਰ ਲਿਆ। ਜੇ ਮਾੜੇ ਮੋਟੇ ਸੋਚ ਉੱਪਰ ਥੱਲੇ ਹੀ ਤੇ ਉਹਨੂੰ ਫਿਕਸ ਕਰ ਲਿਆ। ਕੁਝ ਆਪ ਕਰ ਲਏ, ਨਹੀਂ ਹੋਏ ਤੇ ਕਿਸੇ ਕੋ ਕਰਵਾ ਲਏ, ਕਿਸੇ ਟੈਕਨੀਸ਼ੀਅਨ ਕੋ ਕਰਵਾ ਲਏ। ਠੀਕ ਹੈ ਜੀ। ਉਹ ਗੋਰਖੀ ਸਾਹਿਬ, ਉਹ ਜਿਹੜੀ ਬੈਠਕ ਆ ਨਾ, ਸੁੰਨ ਗੁਫਾ ਦੇ ਵਿੱਚ ਬੈਠਕ ਹੋਣੀ ਆ ਨਾ ਜਿਹੜੀ, ਉਹ ਘੜਨ ਤੋਂ ਬਗੈਰ ਹੋਣੀ ਨਹੀਂ ਆ। ਇਹ ਸੁਰ ਹੋਣ ਤੋਂ ਬਗੈਰ ਹੋਣੀ ਨਹੀਂ ਹੈ ਇੰਸਟਰੂਮੈਂਟ। ਇਹ ਬੀਣਾ ਵੱਜਣੀ ਆ ਇਹ ਘੜਨ ਤੋਂ ਬਾਅਦ। ਹਾਂ, ਉਹਨਾਂ ਚਿਰ ਗੱਲ ਹੀ ਨਹੀਂ ਵੱਜਣੀ। ਵੇਖੋ ਪਤਾ ਕੀ ਆ, ਆਪ ਪਲੀਜ਼ ਅੰਡਰਸਟੈਂਡ ਕਰੋ, ਇਹ ਇੰਦਰੀਆਂ ਦਾ ਵਿਸ਼ਾ ਨਹੀਂ ਜੀ। ਸਾਡੀਆਂ ਇੰਦਰੀਆਂ ਦਾ ਵਿਸ਼ਾ ਪਰਮਾਤਮਾ ਨਹੀਂ ਜੋ। ਕਿਉਂ ਨਹੀਂ ਆ? ਕਿਉਂਕਿ ਇੰਦਰੀਆਂ ਜਿਹੜੀਆਂ ਸਾਡੀਆਂ ਨੇ, ਇਹ ਕੇਵਲ ਸਾਨੂੰ ਉਸ ਤੱਤ ਦਾ ਗਿਆਨ ਕਰਾਉਂਦੀਆਂ ਹਨ ਜਿਹੜਾ ਤੱਤ ਪਰਿਵਰਤਨਸ਼ੀਲ ਆ, ਜਿਹੜਾ ਪ੍ਰਕਿਰਤੀ ਚਾਹੁੰਦਾ। ਜਿਹੜਾ ਅਪਵਰਤਨ ਆ, ਜਿਹੜਾ ਪਰਿਵਰਤਨ ਤੋਂ ਰਹਿਤ ਆ, ਉਹਦੇ ਬਾਰੇ ਇੰਦਰੀਆਂ ਦੇ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਇਹ ਸਾਇੰਟਿਸਟ, ਡਾਕਟਰ ਕਿਉਂ ਨਹੀਂ ਦੱਸ ਪਾਉਂਦੇ? ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਆ ਉਹ ਅਪਵਰਤਨ ਹੈ, ਪਰਿਵਰਤਨ ਤੋਂ ਰਹਿਤ ਹੈ, ਮਟੀਰੀਅਲ ਨਹੀਂ ਹੋ। ਇੱਕ ਹੋਰ ਤਰੀਕੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਵੀ ਪਰਮਾਤਮਾ ਦੀ ਸ਼ਕਤੀ ਜਿਹੜੀ ਹੈਗੀ ਆ, ਪਰਮਾਤਮਾ ਦੀ ਸ਼ਕਤੀ ਦਾ ਗਿਆਨ ਇਹ ਇੰਦਰੀਆਂ ਕਰਾ ਸਕਦੀਆਂ, ਪਰਮਾਤਮਾ ਦਾ ਗਿਆਨ ਨਹੀਂ ਕਰਾ ਸਕਦੀ। ਹਾਂ, ਉਹ ਜੋ ਉਹ ਤੋਂ ਚੀਜ਼ ਬਣੀ ਆ, ਹਾਂ, ਜਿਹੜੀ ਮਾਇਆ ਹੈ। ਮਾਇਆ ਦਾ ਮਤਲਬ ਕਿ ਜੋ ਭਰਮ ਹੈ, ਜੋ ਪੰਜਾਂ ਤੱਤਾਂ ਦਾ ਬਣਿਆ ਹੋਇਆ ਰਚਨਾ, ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ, ਉਹਦਾ ਗਿਆਨ ਜਿਹੜਾ ਹੈ ਉਹ ਜੜ ਹੀ ਕਰਾ ਸਕਦਾ ਹੈ। ਕਿਉਂਕਿ ਸਾਡੀਆਂ ਇੰਦਰੀਆਂ ਜੜ ਆ, ਸਾਡਾ ਮਨ ਜੜ ਆ, ਸਾਡਾ ਚਿੱਤ ਜੜ ਆ। ਇਹ ਕਿਉਂਕਿ ਇਹਨਾਂ ਤੋਂ ਬਣਿਆ। ਜਿਹੜੀ ਚੇਤਨਾ ਹੈ ਉਹ ਜੜ ਨਹੀਂ ਆ, ਉਹ ਪੁਰਸ਼ ਤੋਂ ਬਣੀ ਆ। ਇਹ ਬੀਨ ਉਹਨਾਂ ਚਿਰ ਤੱਕ ਨਹੀਂ ਵੱਜਣੀ ਜਿੰਨਾ ਚਿਰ ਤੱਕ ਤੁਸੀਂ ਪਰਿਵਰਤਨ ਰਹਿਤ ਸੱਤਾ ਨੂੰ ਅਨੁਭਵ ਨਹੀਂ ਕਰ ਲੈਂਦੇ। ਭਗਤੀ ਕਰਕੇ ਨਿਰਵਿਚਾਰ ਹੋ ਕੇ ਜਦੋਂ ਤੁਸੀਂ ਸਵੈ ਵਿੱਚ ਅਸਤ ਹੋ ਜਾਂਦੇ ਜੋ, ਔਰ ਜਦੋਂ ਇਸ ਵਿਚਾਰ ਮੰਡਲ ਤੁਸੀਂ ਅੱਗੇ ਲੰਘ ਗਏ, ਵਿਚਾਰ ਮੰਡਲ ਤੋਂ ਅੱਗੇ ਆ ਗਿਆ ਅਕਾਲ, ਕਾਲ ਤੋਂ ਰਹਿਤ, ਉਸ ਤੱਤ ਨੂੰ ਅਨੁਭਵ ਕਰਨ ਤੋਂ ਬਾਅਦ ਆਟੋਮੈਟਿਕਲੀ ਤੁਹਾਡੇ ਜੀਵਨ 'ਚ ਬੀਣਾ ਵੱਜਣ ਡਿਆ ਪੈਣਾ। ਬਹੁਤ ਵਧੀਆ। ਫਿਰ ਕੁਝ ਕਰਨ ਦੀ ਠੀਕ ਹੈ। ਇੱਕ ਸਿੰਪਲ ਜੀ ਥਿਊਰੀ ਹੈ, ਜੜ ਤੇ ਜੋ ਬੈਠੇ, ਜੋ ਭਾਵੇਂ ਕੋਈ ਨੇ ਰੱਬ ਦੀ ਫੋਟੋ ਬਣਾਈ ਆ, ਮੂਰਤੀ ਬਣਾਈ ਆ, ਮੰਦਿਰ ਬਣਾਇਆ, ਉਹਦੇ ਵਿੱਚ ਇੰਨੀ ਸ਼ਕਤੀ ਨਹੀਂ ਆ ਉਹ ਤੁਹਾਡੇ ਅੰਦਰ ਬੀਣਾ ਵਜਾ ਦੇ। ਨਹੀਂ ਹੈ, ਨਹੀਂ ਹੈ। ਔਰ ਜੇ ਕੋਈ ਕਹਿੰਦਾ ਹੈ ਤੂੰ ਸ਼ੁਦਾਈ ਹੈਗਾ, ਉਹ ਦੂਜਿਆਂ ਨੂੰ ਸ਼ੁਦਾਈ ਬਣਾ ਰਿਹਾ ਕਿ ਉਹਨੂੰ ਪਤਾ ਨਹੀਂ। ਜੜ ਜਿਹੜਾ ਹੈ ਉਹ ਜੜ ਦੇ ਬਾਰੇ ਗਿਆਨ ਕਰਾ ਸਕਦਾ ਹੈ। ਜੜ ਕਿਤੇ ਵੀ ਚੇਤਨ ਤੱਕ ਤੁਹਾਨੂੰ ਨਹੀਂ ਲੈ ਕੇ ਜਾ ਸਕਦਾ। ਇਹ ਗੱਲ ਵੱਖਰੀ ਆ। ਵਿਦਿਆ ਅਵਿਦਿਆ, ਦੇਖੋ ਦੋ ਵਿਦਿਆ ਹੁੰਦੀਆਂ ਨੇ, ਇੱਕ ਹੁੰਦੀ ਪਰਾ ਤੇ ਇੱਕ ਹੁੰਦੀ ਅਪਰਾ। ਆ ਜਿੰਨੀ ਬਾਣੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਕਰਦੇ ਹਾਂ, ਇਹ ਸਾਰੀ ਅਪਰਾ ਵਿਦਿਆ। ਪਰਾ ਵਿਦਿਆ ਮਤਲਬ ਪਰਲੇ ਪਾਰ ਦੀ ਗੱਲ ਕਰਦੇ ਆ, ਉੱਥੇ ਆਤਮਾ ਦੀ ਗੱਲ ਕਰਦੇ ਆ। ਆਤਮਾ ਨੂੰ ਕੋਈ ਬੰਦਾ ਜਾਂ ਕੋਈ ਪੁਰਖ ਜਾਂ ਕੋਈ ਬ੍ਰਹਮ ਗਿਆਨੀ, ਕੋਈ ਵੀ ਕਹਿ ਲਓ, ਉਹਨੂੰ ਬਿਆਨ ਨਹੀਂ ਕਰ ਸਕਦਾ। ਅਨੁਭਵ ਕਰ ਲਿਆ ਉਹਨਾਂ ਨੇ ਉਸ ਸ਼ਕਤੀ ਨੂੰ। ਪਰਮਾਤਮਾ ਦੇ ਬਾਰੇ ਕੁਝ ਵੀ ਨਹੀਂ ਬਿਆਨ ਕਰ ਸਕਦੇ, ਆਪਾਂ ਵੀ ਨਹੀਂ ਕਰ ਸਕਦੇ। ਇਹ ਗੱਲ ਵੱਖਰੀ ਆ। ਆਪਾਂ ਉਸ ਸਤਾ ਨੂੰ ਅਨੁਭਵ ਕਰ ਸਕਦੇ ਹਾਂ। ਜੇ ਤੁਸੀਂ ਸੋਚੋ ਕਿ ਤੁਸੀਂ ਉਹਨੂੰ ਪੜ੍ਹ ਕੇ ਤੇ ਬਾਅਦ ਚ ਲਿਖ ਕੇ ਚੱਲ ਜਾਓ ਸੰਸਾਰ ਨੂੰ, ਕਿ ਸਾਰੀ ਦੁਨੀਆ ਉੱਥੇ ਚੱਲ ਜੇ, ਇਹ ਪੋਸੀਬਲ ਨਹੀਂ ਆ। ਫਿਰ ਤਾਂ ਗੋਰਖੀ ਸਾਹਿਬ ਇਹਦੇ ਵਿੱਚ ਹੋਣਾ ਚਾਹੀਦਾ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈਗਾ, ਜੇ ਬਿਆਨ ਕਰਨ ਜੋਗਾ। ਮਹਾਰਾਜ ਤਾਂ ਕਹਿੰਦੇ ਉਹ ਅਕਾਲ ਹੈਗਾ, ਅਕਾਲ। ਉਹ ਤਾਂ ਆਹ ਚੀਜ਼ ਉਹ ਨਹੀਂ ਹੈਗਾ, ਆਹ ਚੀਜ਼ ਉਹ ਨਹੀਂ ਹੈਗਾ, ਇਵੇਂ ਦਾ ਬਿਆਨ ਕਰ ਸਕਦੇ ਹਾਂ ਆਪਾਂ। ਬਾਕੀ ਜੋ ਰਹਿ ਗਿਆ ਉਹ ਮਾਲਕ ਗਿਆ।
ਤੁਸੀਂ ਇਹ ਦੱਸ ਸਕਦੇ ਜੋ ਪ੍ਰਮਾਤਮਾ ਕੀ ਨਹੀਂ ਆ। ਤੁਸੀਂ ਉਹ ਨਹੀਂ ਦੱਸ ਸਕਦੇ ਕਿ ਪ੍ਰਮਾਤਮਾ ਕੀ ਹੈ। ਬੜੀ ਵੱਡੀ ਸਵਾਲ ਹੈ। ਦੇਖੋ ਅਜੂਨੀ ਅਕਾਲ ਬਾਣੀ ਕਹਿ ਰਹੀ ਹੈ ਸ਼ੁਰੂ 'ਚ ਹੀ ਦੇਖ ਲਓ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਦੇਖੋ ਉਹਦੇ 'ਚ ਸਾਰਾ ਦਾ ਸਾਰਾ ਦੱਸ ਰਹੀ ਹੈ ਬਾਣੀ ਪੂਰੀ ਦੀ ਪੂਰੀ, ਜਿਹੜੇ ਜਪ ਬਾਣੀ ਦੇ ਵਿੱਚ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੇਖੋ ਕਲੀਅਰ ਕਹਿ ਰਹੇ ਅਕਾਲ ਅਜੂਨੀ ਨਿਰੰਕਾਰ। ਸਹੀ ਹੈ ਜੀ ਬਿਲਕੁਲ ਸਹੀ। ਹੁਣ ਸਾਧ ਸੰਗਤ ਜੀ ਇਹ ਚੀਜ਼ ਨੂੰ ਆਪ ਸਮਝ ਵੀਰ ਜੀਓ ਵੀਰ ਜੀ। ਹਾਂਜੀ ਨੇਤ ਬਣਤ ਰਿਣ ਕਹਿਤ ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ। ਉਹ ਤਾਂ ਪਰੇ ਤੋਂ ਪਰੇ ਆ ਭਾਈ। ਹੁਣ ਦੇਖ ਪਰੇ ਤੋਂ ਪਰੇ ਇਸ ਕਰਕੇ ਆ ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਆ। ਉਹਨੂੰ ਅਨੁਭਵ ਕਰਨ ਦਾ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ। ਉਹਨੂੰ ਪ੍ਰੇਮਾ ਭਗਤੀ ਨਾਲ ਤੁਸੀਂ ਯਾਦ ਕਰੋ, ਉਹ ਆਪਣੇ ਆਪ ਹੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏਗਾ। ਵਾਹ ਵੀ ਵਾਹ, ਬਿਲਕੁਲ ਸਹੀ ਗੱਲ ਹੈ। ਸਿੰਪਲ, ਉਹਦੀ ਕੋਈ ਰਿਕੁਆਇਰਮੈਂਟ ਨਹੀਂ। ਕੋਈ ਨਹੀਂ ਕਹਿੰਦਾ ਪਾਪ ਧੋ ਗਿਆ ਤੂੰ ਆਹ ਕਰ ਤੇ ਆਹ ਕਰ। ਕਿੱਥੇ ਨਾ ਜਾ, ਘਰੇ ਬਹਿ ਕੇ ਉਹਨੂੰ ਪੁਕਾਰ ਲਾ, ਆਪਣੇ ਆਪ ਹੀ ਤਿਰਕਵਾ ਇਹਨਾਂ ਨੇ। ਔਰ ਸ਼ੁਰੂ ਤੋਂ ਇੱਕ ਗੱਲ ਯਾਦ ਰੱਖਿਓ, ਇਹ ਲੋਕ ਪਖੰਡੀ ਤੁਹਾਨੂੰ ਕਹਿੰਦੇ ਰੱਬ ਨਾਲ ਮਿਲਾਉਂਦੇ ਆ, ਝੂਠ ਬੋਲਦੇ ਆ। ਕੋਈ ਬੰਦਾ ਪ੍ਰਮਾਤਮਾ ਦੇ ਨਾਲ ਤੁਹਾਨੂੰ ਨਹੀਂ ਮਿਲਾ ਸਕਦਾ। ਤੁਸੀਂ ਰਿਕੁਆਇਰਮੈਂਟ ਪੂਰੀ ਕਰ ਦਿਓ, ਪ੍ਰਮਾਤਮਾ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ। ਕੁਛ ਨਹੀਂ ਕਰਨ ਦੀ ਲੋੜ ਨਹੀਂ। ਗੋਰਖੀ ਸਾਹਿਬ ਦੇਖੋ ਸਿੰਪਲ ਜੀ ਗੱਲ ਹੈਗੀ ਆ ਕਿ ਆਪਾਂ ਪਰਮਾਤਮਾ ਨੂੰ ਪੁਕਾਰਦੇ ਨਹੀਂ ਆ, ਆਪਾਂ ਮਾਇਆ ਨੂੰ ਪੁਕਾਰਦੇ ਆ। ਮਾਇਆ ਹੀ ਮਿਲਣੀ ਆ ਆਪਾਂ ਨੂੰ। ਆਪਣੇ ਅੰਦਰ ਮਾਇਆ ਦੀ ਪੁਕਾਰ ਹੈਗੀ ਆ, ਮਾਲਕ ਦੀ ਪੁਕਾਰ ਆਪਣੇ ਅੰਦਰ। ਮਾਲਕ ਦੀ ਮਾਇਆ ਦੀ, ਉਹ ਤਾਂ ਕਹਿੰਦਾ ਮਾਇਆ ਦੀ ਪੁਕਾਰ ਛੱਡ ਦੇ, ਮਾਇਆ ਦੀ ਖਿੱਚ ਹਟਾ ਲਾ ਤੂੰ। ਮੇਰੇ ਵੱਲ ਆਪਣੇ ਆਪ ਤੇਰੀ ਖਿੱਚ ਬਣ ਜਾਣੀ। ਬਸ ਇੰਨੀ ਕੁ ਰਿਕੁਆਇਰਮੈਂਟ ਹੈ। ਬਿਲਕੁਲ ਸਹੀ। ਹਾਂ ਤੁਸੀਂ ਸ਼ੁਰੂ ਕਰੋ। ਬਾਕੀ ਨਿੱਜਾ ਸਾਹਿਬ ਕੁਛ ਵੀ ਮੈਂ ਵੇਖਿਆ ਨਾ, ਤੁਸੀਂ ਪਤਾ ਕੀ ਸੋਚੋ, ਇੱਕ ਸਿੰਪਲ ਮੈਂ ਗੱਲ ਸਮਝਾਉਣਾ ਤਾਂ। ਤੁਸੀਂ ਨਾ ਘਰੋਂ ਪਲਾਨ ਕਰੋ ਕਿੱਥੇ ਜਾਣਾ ਤੇ ਘਰੋਂ ਨਿਕਲ ਜਾਓ ਬਾਹਰ। ਤੁਸੀਂ ਘਰੋਂ ਬਾਹਰ ਨਿਕਲ ਗਏ ਨਾ, ਦੇਖੋ ਤੁਹਾਡਾ ਦਿਮਾਗ ਕਿੱਦਾਂ ਚੱਲਦਾ। ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਵੇਖੋ ਕਿੱਦਾਂ ਸਲਾਹਾਂ ਦਿੰਦਾ ਕਿ ਮੈਂ ਹੁਣ ਕਿੱਦਾਂ ਪੈਸੇ ਅਰੇਂਜਮੈਂਟ ਕਰਾਂ। ਫਿਰ ਪੈਸੇ ਆ ਗਏ, ਕਿੰਨੇ ਪੈਸੇ ਆ ਗਏ, ਤੁਹਾਨੂੰ ਫਿਰ ਪਤਾ ਲੱਗਣਾ ਕਿ ਉੱਥੇ ਜਾਣ ਦੇ ਲਈ ਕਿੰਨੇ ਸਾਧਨ ਆ। ਬਾਈ ਫਲੈਟ ਜਾਵਾਂ, ਬਾਈ ਟ੍ਰੇਨ ਜਾਵਾਂ, ਜਾਂ ਬਾਈ ਬੱਸ ਜਾਵਾਂ, ਬਾਈ ਟਰੱਕ ਜਾਵਾਂ। ਨਹੀਂ ਪੈਸੇ ਹੈਗੇ ਤੇ ਕਿਸੇ ਕੋਲ ਹੈਲਪ ਲੈ ਲਾਂ, ਕਿਸੇ ਕੋਲ ਲਿਫਟ ਮੰਗ ਲਾਂ, ਪੈਦਲ ਚੱਲ ਜਾ। ਤੁਰ ਕੇ ਵੀ ਜਾ ਸਕਦੇ ਆ। ਜਿੰਨਾ ਚਿਰ ਤੁਸੀਂ ਬਾਹਰ ਨਹੀਂ ਨਾ ਨਿਕਲੇ, ਤੁਹਾਡਾ ਦਿਮਾਗ ਨਹੀਂ ਜੋ ਚੱਲਣਾ। ਇਸ ਲਈ ਇਹ ਨਿਕਲਣਾ ਬਹੁਤ ਜ਼ਰੂਰੀ ਆ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਘਰੋਂ ਬਾਹਰ ਆ ਗਏ ਔਰ ਪ੍ਰਕਿਰਤੀ ਨੂੰ ਪਤਾ ਹੈ ਇੱਕ ਬੰਦਾ ਕਿੱਥੇ ਜਾਣਾ ਚਾਹੁੰਦਾ ਹੈ। ਫਿਰ ਪ੍ਰਕਿਰਤੀ ਨੇ ਜ਼ੋਰ ਲਾਉਣਾ ਹੈ ਕਿਉਂਕਿ ਤੁਸੀਂ ਸੰਕਲਪ ਕਰ ਲਿਆ। ਪ੍ਰਕਿਰਤੀ ਇਹ ਸੀੜੀ ਉਹੀ ਆ, ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾ ਕੇ ਛੱਡੇਗੀ। ਤੁਸੀਂ ਵੇਖਿਆ ਕਿਤੇ IPS IAS ਅਫਸਰ ਲੋਕੀ ਕਹਿੰਦੇ ਸੀ ਬਣਨਾ, ਉਹਨਾਂ ਕੋਲ ਰਿਸੋਰਸ ਹੀ ਨਹੀਂ ਹੈਗੇ ਸੀ ਇੱਥੋਂ ਤੱਕ। ਤੂੰ ਕਿੱਦਾਂ ਬਣ ਗਏ? ਬਿਲਕੁਲ ਕਿਉਂਕਿ ਨਾ ਧਾਰ ਲਿਆ। ਤੁਸੀਂ ਇੱਛਾ ਧਾਰੀ, ਤੁਸੀਂ ਇੱਛਾ ਕਰਕੇ ਬਹਿ ਲਓ। ਆਪ ਜਸਟ ਦੇਖੋ ਸਾਧ ਸੰਗਤ ਜੀ, ਇੱਕ ਬੰਦਾ ਇੱਥੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੱਥੇ ਬੈਠਾ, ਜੰਗਲੀ ਮੈਨ ਉਹਦਾ ਨਾਮ, ਪਤਾ ਨਹੀਂ ਕਿੰਨੇ ਲੱਖ ਉਹਨੇ ਰੁੱਖ ਲਾ ਦਿੱਤਾ। ਗਿਨੀਜ਼ ਬੁੱਕ ਚ ਰਿਕਾਰਡ ਇਹਦਾ, ਵਰਲਡ ਰਿਕਾਰਡ ਚ। ਉਹਨੇ ਜੰਗਲ ਬਣਾਤਾ ਆਪ ਹੀ ਇੱਕ ਬੰਦੇ ਨੇ। ਔਰ ਉਹਦੇ ਜੰਗਲ ਚ ਨਿੱਜਾ ਸਾਹਿਬ ਹਾਥੀ, ਸ਼ੇਰ, ਪਤਾ ਨਹੀਂ ਦੁਨੀਆ ਭਰ ਦੇ ਜਾਨਵਰ ਰਹਿੰਦੇ। ਕੇਵਲ ਉਹਨੇ ਸੰਕਲਪ ਕੀਤਾ। ਅਬ ਜਸਟ ਸੋਚੋ, ਪ੍ਰਕਿਰਤੀ ਕਹਿੰਦੀ ਤੂੰ ਮੰਗ ਲੈ, ਪਰ ਜਿਹੜੀ ਚੀਜ਼ ਮੰਗੀ ਮਿਲਣੀ ਉਹ ਹੀ। ਕਿਉਂਕਿ ਹੁਣ ਦੁਕਾਨ ਤੇ ਤੁਸੀਂ ਗਏ ਜੋ, ਤੁਸੀਂ ਕੀ ਕਹਿੰਦੇ ਜੋ? ਉੱਥੇ ਤੇ 50 ਕਿਸਮ ਦਾ ਫਰੂਟ ਪਿਆ, ਪਰ ਮਿਲਦਾ ਉਹੀ ਹੈ ਜਿਹੜਾ ਤੈਨੂੰ ਕਹਿੰਦੇ ਜੋ ਇਹਨੂੰ ਆਹ ਚਾਹੀਦਾ। ਸਹੀ ਹੈ ਨਿੱਜਾ ਸਾਹਿਬ? ਬਿਲਕੁਲ। ਹਾਂ ਤੁਸੀਂ ਡਿਮਾਂਡ ਕਰ ਲਈ ਹੈ, ਆ ਬਈ ਮੈਨੂੰ ਕਿਲੋ ਅੰਬ ਦੇ, ਕਿਲੋ ਸੇਬ ਫੜਾ, ਜਾਂ ਮੈਨੂੰ ਕੋਈ ਡਰਾਈ ਫਰੂਟ ਦੇ ਦੇ। ਤੁਸੀਂ ਡਿਮਾਂਡ ਕਰ ਰਹੇ ਜੋ, ਉਹ ਚੀਜ਼ ਮਿਲ ਰਹੀ ਆ। ਦੁਕਾਨਦਾਰ ਜ਼ਬਰਦਸਤੀ ਤੁਹਾਡੇ ਗੱਲ ਚ ਨਹੀਂ ਕੱਚੀ ਪਾਊਗਾ। ਉਹ ਨਹੀਂ ਕਹਿੰਦਾ ਭਾਈ ਸੇਬ ਛੱਡ ਦੇ, ਆਲੂ ਬੁਖਾਰੇ ਖੜਾ ਬੜੇ ਵਧੀਆ ਜੀ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮਾਲਕ ਕਹਿੰਦਾ ਜੋ ਤੇਰੀ ਰਿਕੁਆਇਰਮੈਂਟ ਹੈ ਮੈਂ ਤਾਂ ਉਹੀ ਦੇਣੀ ਹੈ, ਤੂੰ ਜੋ ਚਾਹੁੰਦਾ ਹੈ ਬਸ। ਤੁਸੀਂ ਮੰਗਦੇ ਜਦੋਂ ਉਹ ਤੇ ਮਿਲਦੇ ਆ, ਹੋਰ ਕੀ ਮਿਲਦੇ ਆ। ਅੱਛਾ ਇਹ ਚੀਜ਼ ਨੂੰ ਸਮਝ ਕੇ ਸੁਰ ਪਾਉਣੇ ਆ, ਅਸੁਰ ਪਾਉਣੇ ਆ। ਜਿਹੜਾ ਸੁਰ ਚ ਨਹੀਂ ਆ ਉਹ ਅਸੁਰ ਹੈ, ਤੇ ਸੁਰ ਦੇ ਵਿੱਚ ਕੌਣ ਹੈ? ਜਿਹੜਾ ਦੇਵਤਾ ਹੈ।
ਦੇਵਤੇ ਦਾ ਮਤਲਬ ਜਿਹੜਾ ਆਪਣਾ ਜੀਵਨ ਸਹੀ ਤਰੀਕੇ ਨਾਲ ਚਲਾ ਰਿਹਾ, ਪ੍ਰਕਿਰਤੀ ਦੇ ਨਿਯਮਾਂ ਅਨੁਸਾਰ, ਜਿਹੜਾ ਇੱਧਰ ਉੱਧਰ ਹੱਥ ਨਹੀਂ ਮਾਰਦਾ, ਕਿਸੇ ਦਾ ਹੱਕ ਨਹੀਂ ਖਾਣ ਦਿਆ। ਰਾਕਸ਼ਸ ਕੌਣ ਸਨ? ਜਿਹੜੇ ਦੇਵਤਿਆਂ ਦੀ ਪੰਗਤ ਜਾ ਕੇ ਬਹਿ ਕੇ ਉਹਨਾਂ ਦਾ ਅੰਮ੍ਰਿਤ ਚੋਰੀ ਕਰਦੇ ਸਨ। ਅੰਮ੍ਰਿਤ ਦਾ ਮਤਲਬ ਇਹ ਨਹੀਂ ਕੋਈ ਅੰਮ੍ਰਿਤ ਬਹਿਣ ਦਿਆ ਉੱਥੇ। ਅੰਮ੍ਰਿਤ ਦਾ ਮਤਲਬ ਇਹ ਤਾਂ ਹੱਕ ਸਾਡਾ ਨਹੀਂ ਆ, ਕਿਸੇ ਦੂਜੇ ਦਾ ਹੱਕ ਹੈ, ਮੈਂ ਚੋਰੀ ਕਰ ਲਿਆ, ਮੈਂ ਰਾਕਸ਼ਸ ਹਾਂ, ਬਹੁਤ ਵੱਡਾ ਰਾਕਸ਼ਸ। ਦੇਵਤੇ ਦਾ ਮਤਲਬ ਕੀ ਆ? ਦੇਵਤੇ ਦਾ ਗੁਣ ਗੁਰੂ ਬਾਣੀ ਤੇ ਕਿਹਾ, ਕਾਲ ਕਰੇ ਕੁਝ ਹੱਥੋਂ ਦੇਵੇ। ਬਿਲਕੁਲ, ਕਾਲ ਕਰੇ ਕਿ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਦੇਵਤਾ ਹੋਇਆ ਜਿਹਦੇ ਕੋਲ ਗੁਣ ਹੈਗੇ ਆ, ਜਿਹਦੇ ਕੋਲ ਗੁਣ ਹੈਗੇ, ਜਿਹੜਾ ਦੇਣ ਦਿਆ ਵਾ, ਹਾਂ, ਦੇ ਕੇ ਮੰਗਦਾ ਨਹੀਂ ਪਿਆ। ਔਰ ਜਿਹੜਾ ਮੰਗਣ ਦਿਆ ਉਹ ਬਿਜ਼ਨਸਮੈਨ ਆ। ਸੂਰਜ ਦੇਵਤਾ ਵਾ, ਬਾਣੀ ਚ ਕਹਿੰਦੇ ਅੱਗ ਦੇਵਤਾ, ਸੂਰਜ ਦੇਵਤਾ, ਜੋ ਵੀ ਕਿਹਾ, ਧਰਤੀ, ਇਹ ਸਭ ਦੇਵਤੇ ਨੇ। ਪਵਨ ਦੇਵਤਾ, ਸਮੁੰਦ ਦੇਵਤਾ। ਕਿਉਂ ਦਿੰਦੇ ਨੇ? ਮੰਗਦੇ ਨਹੀਂ ਆ। ਆਪਣਾ ਹਿੱਸਾ ਦੇਂਦੇ ਹੋ, ਲੈ ਲਓ, ਕੁਛ ਡਿਮਾਂਡ ਨਹੀਂ ਆ। ਪਾਣੀ ਮੰਗਦਾ ਤੁਹਾਡੇ ਤੋਂ, ਮੈਂ ਤੇਰੀ ਪਿਆਰ ਬੁਝਾਈ ਤੇ ਪੈਸੇ ਤਰ ਮੈਨੂੰ ਦੇ ਕੁਛ। ਉਹ ਤੇ ਲੋਕੀ ਮੰਗਦੇ ਆ, ਪਾਣੀ ਨੀ ਮੰਗਦਾ। ਸੂਰਜ ਤੁਹਾਡੇ ਤੋਂ ਪੁੱਛਦਾ ਕਿ ਮੈਂ ਤੈਨੂੰ ਵਿਟਾਮਿਨ ਡੀ ਦੇਣੇ ਆ ਫ੍ਰੀ ਚ, ਪੈਸੇ ਰੱਖ। ਪਰ ਉਦਣ ਪੈਸੇ ਦੇਣੇ ਪੈਂਦੇ ਜੋ ਜਿੱਦਣ ਸੂਰਜ ਦਾ ਵਿਟਾਮਿਨ ਕੰਮ ਨਹੀਂ ਹੁੰਦਾ। ਫਿਰ ਗੋਲੀਆਂ ਲਿਆਓ, ਖਾਓ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਤੁਹਾਡੇ ਦਿਮਾਗ ਦੇ ਸਾਰੇ ਪੁਰਜੇ ਖੁੱਲ ਜਾਣੇ ਕਿ ਸੂਰਜ ਦਾ ਕੀ ਕੰਮ ਹੈਗਾ। ਤੁਹਾਡੇ ਵਾਲ ਡਿੱਗਣ ਡਿਆ ਪਏ, ਤੁਹਾਨੂੰ ਖੁਦ ਪਤਾ ਲੱਗ ਜਾਣਾ ਕਿ ਸੂਰਜ ਦੀ ਕੀ ਕਦਰ ਆ। ਇਹ ਉਦੋਂ ਪਤਾ ਲੱਗਦਾ ਜਦੋਂ ਚੀਜ਼ ਉਹ ਖੋਹ ਲੈਂਦਾ, ਬੰਦ ਕਰ ਦਿੰਦਾ ਸਪਲਾਈ। ਕੋਈ ਕਾਰਨ ਨੇ, ਕੋਈ ਜੀਵਨ ਦਾ ਸਿਸਟਮ ਏਦਾਂ ਚਲਾਇਆ ਨਹੀਂ, ਕਾਨੂੰਨ ਚ ਚੱਲੇ, ਆਪਾਂ ਦੁਰਵਰਤੋਂ ਕੀਤੀ ਆ। ਵਰਤੋਂ ਨਹੀਂ ਕੀਤੀ, ਦੁਰਵਰਤੋਂ ਕੀਤੀ ਆ। ਫਿਰ ਉਹ ਚੀਜ਼ ਜਿਹੜੀ ਉਹ ਗੜਬੜ ਕਰਨ ਡਿਆ ਪੈਂਦੀ। ਫਿਰ ਇੱਥੇ ਆਪਾਂ ਚੀਜ਼ ਨੂੰ ਸਮਝੀਏ। ਹੁਣ ਵੇਖੋ, ਇਹ ਪਹਿਲੀ ਲਾਈਨ ਦੀ ਜਿਹੜੀ ਵਿਆਖਿਆ ਕਿੱਡੀ ਵਿਸ਼ਾਲ ਆ। 15-20 ਮਿੰਟ ਲੱਗ ਗਏ ਆ, 40 ਮਿੰਟ ਲੱਗ ਗਏ। ਦੇਖੋ, ਕਹਿੰਦੇ ਧੰਨ ਧੰਨ ਉਹ ਰਾਮ ਬੇਨ ਬਾਜੇ। ਰਾਮ ਦਾ ਮਤਲਬ ਉਹ ਕੋਈ ਕੰਨਾਂ ਚ ਤੁਹਾਡੇ ਕੋਈ ਹਾਰਮੋਨੀਆ ਨਹੀਂ ਵੱਜਣਾ। ਇਹ ਸਾਰਾ ਜੋ ਮੈਂ ਬੋਲ ਦਿੱਤਾ, ਇਹ ਸਾਰੀ ਰਾਮ ਦੀ ਬੇਨ ਹੈ, ਉਹਦੀ ਬੰਸਰੀ ਆ। ਕਿਹੜੀ ਬੰਸਰੀ? ਜਿਹੜੇ ਸੁਰ ਦੇ ਵਿੱਚ ਆ। ਜਿਹੜਾ ਬੰਦਾ ਸੁਰ ਚ ਹੋ ਗਿਆ ਤਾਂ ਉਹ ਤੇ ਮੁਕਤ ਆ। ਬਿਲਕੁਲ। ਹੋਰ ਮੁਕਤ ਕਿੰਨੇ ਹੋਣਾ ਹੈ? ਕੋਈ ਪਾਠ ਪੂਠ ਪੜ੍ਹਨ ਵਾਲਾ ਬੰਦਾ ਮੁਕਤ ਨਹੀਂ ਜਾਏਗਾ। ਬਾਣੀ ਕਹਿੰਦੀ ਕੱਲੀਆਂ ਅਸੀਂ ਚੰਗੀਆਂ, ਚਾਰੀ ਬੁਰੀਆਂ, ਜਿਹਦੇ ਚਾਰ ਹੀ ਨਹੀਂ ਠੀਕ। ਪਰ ਆਪਾਂ ਇਹ ਨਹੀਂ ਨਾ ਸੋਚਦੇ ਚਾਰਾਂ ਨੂੰ। ਆਪਾਂ ਕਹਿੰਦੇ ਜਿਹੜਾ ਪਾਠ ਪੜ੍ਹਦਾ, ਪੂਜਾ ਕਰਦਾ, ਉੱਥੇ ਮੰਦਿਰ ਜਾ ਕੇ ਇਸ਼ਨਾਨ ਕਰਦਾ, ਉਹ ਸਹੀ ਆ। ਕਹਿੰਦੇ ਨਹੀਂ, ਤੂੰ ਪਤਾ ਉੱਡਣਾ, ਇੱਧਰ ਆ ਜਾ, ਲਾਗੇ ਬਹਿ ਸਾਡੇ, ਪਹਿਲਾਂ ਬਾਣੀ ਨੂੰ ਵਿਚਾਰ ਕਰ ਲਾ। ਬਾਣੀ ਕਹਿੰਦੀ ਕਿ ਸੁਰ ਚ ਬੰਦਾ ਜਿਹੜਾ ਹੈਗਾ ਵਾ, ਜਿਹਨੇ ਜੀਵਨ ਨੂੰ ਪਛਾਣ ਲਿਆ ਵਾ, ਜਿਹਨੂੰ ਪਤਾ ਲੱਗ ਗਿਆ। ਇਸੇ ਕਰਕੇ ਕਈ ਕੰਟਰੀਆਂ ਗੋਰਿਆਂ ਦੀਆਂ ਬਹੁਤ ਸ਼ਾਂਤ ਨੇ, ਸੁਖੀ ਨੇ, ਪੈਸਾ ਬਹੁਤ ਆ, ਕਿਉਂਕਿ ਉਹ ਸੁਰ ਦੇ ਵਿੱਚ ਹੈਗੇ ਨੇ। ਉਹ ਕਿਸੇ ਦਾ ਕਮਾਈ ਨਹੀਂ ਖਾਂਦੇ, ਆਪਣੀ ਮਿਹਨਤ ਕਰਦੇ ਆ। ਬੇਸ਼ੱਕ ਉਹ ਮੰਦਿਰ ਗੁਰਦੁਆਰਿਆਂ ਚ ਨਹੀਂ ਜਾਂਦੇ, ਪਾਠ ਨਹੀਂ ਪੜ੍ਹਦੇ, ਪਰ ਨਿੱਜਰ ਸਾਹਿਬ ਉਹਨਾਂ ਦੇ ਪੱਲੇ ਹੈਗਾ ਕੁਝ। ਬਿਲਕੁਲ ਪੱਲੇ ਹੈਗਾ। ਗੋਰਖੀ ਸਾਹਿਬ ਦੇਖੋ, ਕੋਈ ਫੋਨ, ਆਈਫੋਨ ਜਿਹੜਾ ਕਿਸੇ ਦਾ ਹੋਊਗਾ, USA ਜਿਹੜਾ ਉਹ ਸਾਈਡ ਤੇ ਰੱਖ ਦਿੰਦੇ ਆ, ਉਹ ਚੱਕਦੇ ਨਹੀਂ ਹੈਗੇ। ਆਹ ਤੇ ਇੱਥੇ ਬੁੱਚੋ ਕੱਢ ਲੈਂਦੇ ਆ। ਫਰਕ ਤੇ ਨਹੀਂ ਨਿੱਜਰ ਸਾਹਿਬ। ਬਿਲਕੁਲ। ਚੱਕ ਕੇ ਸਾਈਡ ਤੇ ਰੱਖ ਲੈਂਦੇ, ਇਹ ਵੀ ਕੱਢ, ਇਹ ਵੀ ਸਾਈਡ ਤੇ ਹੀ ਰੱਖਦੇ ਆ, ਬੁੱਚੋ ਕੱਢ ਕੇ। ਠੀਕ ਹੈ। ਇੱਕ ਚੀਜ਼ ਵੇਖਿਆ, ਇੰਡੀਆ ਦੇ ਵਿੱਚ ਕਿੰਨੇ ਬ੍ਰਹਮ ਗਿਆਨੀ ਪੈਦਾ ਹੋਏ, ਕਿੰਨੇ ਬ੍ਰਹਮ ਗਿਆਨੀ ਪੈਦਾ ਹੋਏ। ਉਸ ਤੋਂ ਬਾਅਦ ਦੂਜੀਆਂ ਕੰਟਰੀਆਂ ਚ ਵੇਖੋ, ਉਹਨਾਂ ਕੰਟਰੀਆਂ ਦੇ ਵਿੱਚ ਇੰਨੇ ਬ੍ਰਹਮ ਗਿਆਨੀ ਹੀ ਪੈਦਾ ਹੋਏ। ਇੱਕ ਹੀ ਬੰਦੇ ਨੇ ਸਾਰੀ ਦੁਨੀਆ ਪਲਟ ਕੇ ਉਹ ਮਾਰੀ। ਇੰਡੀਆ ਚ ਨੋਟਿਸ ਨਹੀਂ ਕੀਤਾ? ਇਹਦੇ ਜੱਜਮੈਂਟ ਕਰੋ, ਥੋੜੀ ਡੀਪ ਸੋਚੋ ਮੇਰੇ ਨੂੰ। ਇੰਨਾ ਮੰਦਰ, ਇੰਨਾ ਗੁਰਦੁਆਰਾ, ਇੰਨੇ ਬ੍ਰਹਮ ਗਿਆਨੀ ਕਿਉਂ ਆ ਗਏ? ਇਹ ਲੋੜ ਪੈ ਗਈ। ਇਹਨੂੰ ਕਹਿੰਦੇ ਡਿਮਾਂਡ ਐਂਡ ਸਪਲਾਈ। ਉੱਥੇ ਕਾਲਕ ਜ਼ਿਆਦਾ ਹੈ, ਇੱਥੇ ਤੁਹਾਨੂੰ ਵਧੀਆ ਡਿਟਰਜੈਂਟ ਇਹਨਾਂ ਨੇ ਈਜ਼ੀ ਵੀ ਦਿੱਤਾ, ਐਕਸਲ ਵੀ ਦਿੱਤਾ, ਏਰੀਅਲ ਲਿਆ ਦਿੱਤਾ, ਹੋਰ ਬੜਾ ਕੁਝ ਦਿੱਤਾ। ਉਹ ਬਈ ਇਹਨਾਂ ਦੀ ਮੈਲ ਲਾਓ, ਪਰ ਬੜੀ ਮੈਲ ਲਾਈ ਇਹਨਾਂ ਨੇ, ਬਹੁਤ ਔਖੀ ਇਹਨਾਂ ਦੀ ਮੈਲ। ਮੈਲ ਨੂੰ ਲੋਕਾਂ ਨੇ ਖੁਦ ਹੀ ਤੇ ਚੰਬੇੜਿਆ, ਉਹਨੂੰ ਲਾਉਣਾ ਬੜਾ ਔਖਾ। ਹੁਣ ਵੀ ਤੇ ਕਿਸੇ ਨੂੰ ਕਹਿ ਦੋ, ਉਹਨੂੰ ਕਹਿ ਦੇ ਕਿ ਤੂੰ ਬਈ ਏਦਾਂ ਕਰ, ਤੂੰ ਸੱਸ ਹੈਗੀ ਆ, ਤੂੰ ਨੌਂ ਹੈਗੀ ਆ, ਤੂੰ ਆਪਣੇ ਜੀਵਨ ਨੂੰ ਸਦਾਈ ਕਰ। ਤੇ ਇਹੋ ਹੀ ਆ ਪ੍ਰਮਾਤਮਾ ਦਾ ਬੰਦਗੀ ਕਰਨੀ। ਉਹ ਕਹਿੰਦੇ ਨਾ 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 ਨਾ, ਬੰਦਗੀ ਤੇ ਹੈਗੀ ਆ ਧਾਰਮਿਕ ਸਥਾਨ ਚ ਜਾਣਾ, ਪਾਠ ਪੜ੍ਹਨਾ, ਪੂਜਾ ਕਰਨੀ। ਇਹ ਤੇ ਮੈਂ ਜਿੱਦਾਂ ਦੀ ਹੈਗੀ ਆ, ਮੈਂ ਉਦਾਂ ਦੀ ਰਹੂੰਗੀ। ਤੁਸੀਂ ਕਹਿਣਾ ਨਹੀਂ ਜੀ ਇਹ ਸੁਰ ਸਹੀ ਨਹੀਂ ਹੈਗੇ, ਤੁਹਾਡੇ ਗਲਤ ਸੁਰ ਲੱਗੇ ਹੋਏ ਨੇ, ਤੁਸੀਂ ਬੋਲ ਕਬੋਲ ਬੋਲਦੇ ਜੋ, ਤੁਸੀਂ ਮਾੜਾ ਵਿਚਾਰ ਕਰਦੇ ਜੋ। ਉਹ ਕਹਿੰਦੇ ਇਹਦੇ ਨਾਲ ਕੀ ਫਰਕ ਪੈਂਦਾ? ਬਾਣੀ ਚ ਤੇ ਕਿਤੇ ਕਿਹਾ ਹੀ ਨਹੀਂ ਲਿਖਿਆ।
ਬਾਣੀ ਦੇ ਲਿਖਿਆ 5 ਬਾਣੀਆਂ ਦਾ ਪਾਠ ਕਰੋ, ਇਸ਼ਨਾਨ ਕਰੋ ਤੇ ਕੰਮ ਹੋ ਕੇ ਬਸ। ਆ ਕਕਾਰ ਸਾਡੇ ਪੂਰੇ ਨੇ। ਕਕਾਰ ਤੇ ਹੈਗੇ ਨੇ। ਧਰਮ ਜਿਹੜਾ ਹੈ ਉਹ ਮਨ ਦਾ ਧਰਮ ਹੈ ਅੰਦਰੋਂ, ਪਰ ਆਪਾਂ ਧਰਮ ਸਰੀਰਕ ਤੌਰ ਤੇ ਬਣਾਤਾ। ਇਹ ਵੇਖੋ ਕਿੱਡੀ ਵੱਡੀ ਬੇਵਕੂਫੀ ਹੋਈ ਹੈ ਨਜਰ ਸਾਹਿਬ। ਬਿਲਕੁਲ ਨਿਤਨੇਮ ਕਰਕੇ ਔਰ ਸਵੇਰੇ ਸਵੇਰੇ ਅਰਦਾਸ ਕਰ ਦੋ, ਘੱਟ ਤੁਲੇਨੇ ਆ, ਘੱਟ ਨਪੇਨੇ ਆ, ਪਰ ਤੈਂਡੇ ਆ, ਬਸ ਹੋ ਗਿਆ ਕੰਮ। ਧਰਮ ਹਮੇਸ਼ਾ ਤੋਂ ਹੀ ਸਾਡੇ ਮਨ ਦਾ, ਸਾਡੀ ਬੁੱਧੀ ਦਾ, ਸਾਡੇ ਚਿੱਤ ਦਾ ਵਿਸ਼ਾ ਹੈ, ਪਰ ਨਹੀਂ ਆਪਾਂ ਸਰੀਰ ਦਾ ਵਿਸ਼ਾ ਬਣਾ ਦਿੱਤਾ ਉਹਨੂੰ। ਸਰੀਰ ਦਾ ਵਿਸ਼ਾ ਬਣਾਉਣਾ ਬਹੁਤ ਆਸਾਨ ਹੈ। ਉੱਥੇ ਤੇ ਫਿਰ ਸੇਵਾ ਕਰ ਲਓ, ਉੱਥੇ ਮਨ ਤੇ ਹੈਗਾ ਨਹੀਂ। ਠੀਕ ਹੈ ਜੀ, ਇੱਥੇ ਇਹ ਚੀਜ਼ ਨੂੰ ਸਮਝੀਏ। ਮਧੁਰ ਮਧੁਰ ਧਨ ਅਨਹਦ ਗਾਜੇ। ਤੇ ਜਦੋਂ ਤੁਸੀਂ ਆਪਣੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੀਆਂ, ਦੇਖਿਆ ਨੀ ਜਦੋਂ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਤੇ ਮੀਂਹ ਵਰ ਜਾਂਦਾ। ਬਹੁਤ ਵਧੀਆ, ਬਹੁਤ ਵਧੀਆ। ਹੁਣ ਦੁਬਈ ਚ ਵੇਖੋ, ਉੱਥੇ ਰੁੱਖ ਨਹੀਂ ਸੀ ਤੇ ਨਹੀਂ ਬੱਦਲ ਗੱਜਰਦਾ, ਨਾ ਉੱਥੇ ਮੀਂਹ ਪੈਂਦਾ ਹੈ। ਰੁੱਖ ਲਾਤੇ ਅਗਲਿਆਂ ਨੇ, ਉਹ ਕੈਮੀਕਲ ਛੱਡਦੇ ਆ, ਉੱਥੇ ਮੀਂਹ ਪੈਣ ਡਿਆ ਪਿਆ। ਹੁਣ ਉਹਨਾਂ ਕੋਲ ਸੜਕਾਂ ਹੈਗੀਆਂ ਨੇ ਪਰ ਪਾਣੀ ਦਾ ਅਰੇਂਜਮੈਂਟ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੀ ਮੀਂਹ ਤੇ ਪੈਂਦਾ ਹੀ ਨਹੀਂ, ਪਰ ਮੀਂਹ ਪੈਣ ਡਿਆ ਪਿਆ। ਦੇਖੋ ਪ੍ਰਕਿਰਤੀ ਰਿਕੁਆਇਰਮੈਂਟ ਪੂਰੀ ਕੀਤੀ, ਨਾਲੇ ਬੱਦਲ ਗੱਜਣ ਡਿਆ ਪਿਆ। ਇੱਥੇ ਵੀ ਉਹ ਕਹਿੰਦੇ ਆ ਤੂੰ ਪਹਿਲਾ ਕੰਮ ਸਹੀ ਕੀਤਾ, ਤੂੰ ਸੁਰ ਚ ਆ ਗਿਆ, ਤੂੰ ਅਸੁਰਾਂ ਵਾਲਾ ਕੰਮ ਕਰਦਾ ਬੰਦ, ਰਾਖਸ਼ ਬ੍ਰਿਤੀ ਬੰਦ ਕਰਦੀ ਭਗਤੀ ਕਰਕੇ। ਤੇ ਫਿਰ ਕੀ ਹੋ ਗਿਆ? ਤੇ ਤੇਰੇ ਅੰਦਰ ਜਿਹੜੇ ਅਨਹਦ ਗਾਜੇ ਤੇਰੇ ਅੰਦਰ ਗੱਜਣ ਡਿਆ ਪੈਣਗੇ ਬੱਦਲ ਚੰਗਿਆਈ ਦੇ, ਰੱਬ ਦਾ ਕੋਈ ਸੰਗੀਤ ਲਾ ਲਓ, ਕੋਈ ਹੁਣ ਤੂੰ ਗੁਲਾਬ ਦੇ ਫੁੱਲਾਂ ਦੇ ਲਾਗੇ ਚੱਲ ਜੋ, ਸਮੈਲ ਤੇ ਆਉਣੀ ਹੈ। ਬਿਲਕੁਲ ਆਉਣੀ ਆ, ਬਿਲਕੁਲ ਆਉਣੀ ਆ ਗੁਰਕੀ ਸਾਹਿਬ, ਬਿਲਕੁਲ ਆਉਣੀ ਆ ਜੀ। ਅੱਗੇ ਚਲੋ। ਉਹ ਤਾਂ ਮਾਲਕ ਪਰਮਾਤਮਾ ਹੈ ਗੁਰਕੀ ਸਾਹਿਬ, ਉਹਦੇ ਕੋਲ ਤਾਂ ਪਤਾ ਨਹੀਂ ਕੀ ਆਉਣਾ ਹੈ ਗੁਰਕੀ ਸਾਹਿਬ, ਕੀ ਆਉਣਾ ਹੈ। ਵਾਹ ਵੀ ਵਾਹ, ਉਹਦੇ ਗੁਣ ਸਾਰੇ ਤੁਹਾਡੇ ਚ ਆਉਣੇ। ਠੀਕ ਹੈ ਜੀ। ਹਾਂ, ਤਨ ਤਨ ਮੇਘਾ ਰੋਮਾਵਲੀ, ਕਹਿੰਦੇ ਤਾਨਿਆ ਇਹ ਸਰੀਰ, ਤਾਨਿਆ ਇਹ ਰੋਮ, ਤਾਨਿਆ ਇਹ ਰੋਮ, ਤਾਨਿਆ ਇਹ ਸਰੀਰ, ਤਾਨਿਆ ਇਹ ਮੇਘਾ। ਮੇਘ ਕਹਿੰਦੇ ਆ ਬੱਦਲ, ਜਿੱਥੇ ਇਸ ਸਰੀਰ 'ਚ ਵਰਦਾ ਹੈ ਬੱਦਲ। ਤਨ ਤਾਨਿਆ ਮੇਘਾ ਰੋਮਾਵਲੀ, ਤਨ ਤਨ ਕ੍ਰਿਸ਼ਨ ਓੜੇ ਕਾਮਲੀ। ਵਾਓ ਮਾਲਕਾ, ਵਾਓ ਮਾਲਕਾ, ਤੂੰ ਮੇਰੇ ਵਰਗੇ ਦੀ ਜਿਹੜੀ ਹੈਗੀ ਆ, ਮੇਰੇ ਵਰਗੇ ਨੂੰ ਇਹ ਦਾਤ ਦੇ ਦਿੱਤੀ। ਕਮਾਲ ਕਰ ਦਿੱਤਾ, ਕਮਾਲ ਕਰ ਦਿੱਤਾ। ਹਾਂਜੀ ਗੁਰਕੀ ਸਾਹਿਬ। ਰੋਮਾਵਲੀ ਦਾ ਮਤਲਬ ਕੀ ਹੈ? ਰੋਮ, ਰੋਮਾਵਲੀ ਮਤਲਬ ਰੋਮ। ਆਪਣੇ ਅੰਦਰ ਰੋਮ ਆ, ਕਿੰਨੇ ਰੋਮ ਆ ਆਪਣੇ ਅੰਦਰ, ਇੱਕ ਕਿੰਨੇ ਸੈੱਲ ਆ ਆਪਣੇ ਅੰਦਰ, ਇੱਕ ਰੋਮ ਜੀਵ ਬਣ ਜਾਂਦਾ ਹੈ ਗੁਰਕੀ ਸਾਹਿਬ। ਬਿਲਕੁਲ ਠੀਕ ਹੈ। ਵੈਸੇ ਵੀ ਜਦੋਂ ਤੁਸੀਂ ਆਤਮ ਤੱਤ 'ਚ ਪ੍ਰਵੇਸ਼ ਕਰਦੇ, ਜੋ ਤੁਹਾਡਾ ਸਰੀਰ ਸਾਰਾ ਹੀ ਉਸ ਬ੍ਰਹਮ ਦੀ ਪੁਕਾਰ ਕਰਦਾ ਹੈ, ਉਹਦੇ ਆਨੰਦ ਵਿੱਚ ਇੱਕਦਮ ਸ਼ਾਂਤ ਹੋ ਜਾਂਦਾ ਹੈ। ਤੁਹਾਡਾ ਰੋਮ ਰੋਮ ਰੱਬ ਦਾ ਨਾਮ ਜਪੇਗਾ। ਬਿਲਕੁਲ ਸਹੀ ਕਹਿ ਰਹੇ, ਕਿਉਂਕਿ ਤੁਹਾਡੀ ਆਤਮਾ ਦੀ ਸਥਿਤੀ ਬੜੀ ਉੱਚੀ ਹੈ। ਪਰ ਆਤਮਾ ਦੀ ਸਥਿਤੀ ਉਹਦੀ ਬਣਦੀ ਹੈ ਜਿਹਨੇ ਆਪਣੇ ਜੀਵਨ 'ਚ ਕੁਛ ਕਰਨਾ ਹੈ। ਬਿਨਾਂ ਕੀਤਿਆਂ ਕੁਛ ਨਹੀਂ ਜੋ ਹੋਣਾ। ਜੇ ਤੁਸੀਂ ਕੁਛ ਕੀਤਾ ਵੀ ਜ਼ਿੰਦਗੀ 'ਚ, ਉਹਦਾ ਕਾਰਨ ਇਹੋ ਹੀ ਹੈ ਕਿ ਉਹ ਤੁਹਾਡੀ ਲਿਸਟ 'ਚ ਹੈਗਾ। ਘਰ ਬਣਾਉਣਾ, ਬੱਚੇ ਪੈਦਾ ਕਰਨੇ, ਵਿਆਹ ਕਰਨੇ, ਨੌਕਰੀ ਕਰਨੀ ਜਾਂ ਹੋਰ ਕੋਈ ਕਾਰੋਬਾਰ ਕਰਨਾ, ਇਹ ਸਭ ਤੁਹਾਡੀ ਲਿਸਟਾਂ ਦੇ ਵਿੱਚ ਆ। ਇਸ ਕਰਕੇ ਸਾਰਾ ਕੁਝ ਹੋ ਰਿਹਾ। ਉਹ ਕੁਝ ਨਹੀਂ ਹੋਵੇਗਾ ਜਿਹੜਾ ਤੁਹਾਡੀ ਲਿਸਟ 'ਚ ਨਹੀਂ ਹੈਗਾ। ਤੋ ਇਹ ਕਹਿੰਦੇ ਨੇ ਕਿ ਰੋਮ ਰੋਮ ਬੰਦੇ ਦਾ ਜਿਹੜਾ ਨਾ ਰੱਬ ਦਾ ਨਾਮ ਜਪਦਾ। ਜਦੋਂ ਵੀ ਤੁਸੀਂ ਸਮਾਧੀ ਲੀਨ ਹੋ ਗਏ, ਤੁਹਾਡੀ ਬੋਡੀ ਦਾ ਇੱਕ ਰੋਮ ਜਿਹੜਾ ਹੈ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ। ਦੇਖੋਗੇ ਤੁਹਾਨੂੰ ਤਾਂ ਪਤਾ ਲੱਗ ਜਾਏਗਾ। ਹਾਂਜੀ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਹੁਣ ਜਿਹੜਾ ਹੈਗਾ ਕਿੱਥੋਂ ਹੋ ਗਿਆ ਇਹ ਕਾਰਵਾਈ, ਕਿਵੇਂ ਹੋ ਗਈ? ਇਹ ਜਿਹੜਾ ਹੈਗਾ ਇਸ ਸਟੇਜ ਤੇ ਕਿਵੇਂ ਚਲਾ ਗਿਆ ਇਨਸਾਨ? ਜਿਹੜਾ ਹੈਗਾ ਇਹ ਵਿਚਾਰ ਮੰਡਲ ਕ੍ਰਾਸ ਕਰਕੇ ਆਪਣੇ ਆਪ ਨੂੰ ਘੜ ਲਿਆ ਉਹਨੇ ਆਪਣੀ ਸੁਰਤ ਮਤ ਮਨ ਬੁੱਧ ਚੀਜ਼ਾਂ ਘੜੀਆਂ ਗਈਆਂ, ਉਹਦੇ ਅੰਦਰ ਗੁਣ ਆ ਗਏ ਪਰਮਾਤਮਾ ਦੇ, ਔਰ ਉਹਦੇ ਅੰਦਰ ਮਧੁਰ ਬੇਣ ਵੱਜਣ ਲੱਗ ਪਈ, ਪਰਮਾਤਮਾ ਗੱਜਣ ਲੱਗ ਪਿਆ। ਪਰਮਾਤਮਾ ਨੇ ਐਕਸੈਪਟ ਕਰ ਲਿਆ ਉਹਨੂੰ। ਤੇ ਕਿਵੇਂ ਹੋ ਗਿਆ? ਹੁਣ ਦਿੱਤੇ ਉੱਥੇ ਸ਼ਬਦ ਸ਼ੁਰੂ ਹੋ ਰਿਹਾ। ਹੁਣ ਜਿਹੜਾ ਹੈਗਾ ਉੱਪਰ ਪੂਰਾ ਦਾ ਪੂਰਾ ਸ਼ਬਦ ਦਾ ਸਾਰਾਂਸ਼ ਦਿੱਤਾ ਸੀ। ਸ਼ਬਦ ਦਾ ਜਿਹੜਾ ਹੈਗਾ ਸੈਂਟਰਲ ਆਈਡੀਆ ਉੱਪਰ ਆਇਆ ਸੀਗਾ ਵੀ ਪਰਮਾਤਮਾ ਮਿਲ ਗਿਆ। ਭਗਤੀ ਹੁਣ ਕਿੱਥੋਂ ਮਿਲ ਗਿਆ? ਮੈਂ ਹਿੰਟ ਤਾਂ ਦੇ ਦਿੱਤੀ, ਤਨ ਤਨ ਤੂੰ ਮਾਤਾ ਦੇਵਕੀ। ਹੁਣ ਮਾਤਾ ਕੌਣ ਆ ਭਾਈ? ਦੇਵਕੀ ਕੌਣ ਸੀਗੀ? ਕ੍ਰਿਸ਼ਨ ਜੀ ਦੀ ਜਿਹੜੀ ਹੈਗੀ ਆ, ਜਿਹਨੇ ਜਨਮ ਦਿੱਤਾ ਸੀ ਕ੍ਰਿਸ਼ਨ ਜੀ ਨੂੰ। ਹੁਣ ਦੇਖੋ ਇਹ ਕ੍ਰਿਸ਼ਨ ਜੀ ਦੀ ਗੱਲ ਕਰ ਰਹੇ ਆ, ਅੱਗੇ ਕੀ ਕਰ ਰਿਹਾ?
ਜਹ ਗ੍ਰਹਿ ਰਮਈਆ ਕਵਲਾਪਤੀ। ਅੱਗੇ ਰਮਈਆ ਕਹਿਣ ਲੱਗ ਗਏ, ਰਾਮ ਰਮਿਆ ਹੋਏ ਰਾਮ। ਫਿਰ ਕਮਲਾਪਤੀ ਕਹਿਣ ਲੱਗ ਗਏ, ਕਮਲਾ ਦਾ ਪਤੀ, ਮਾਇਆ ਦਾ ਪਤੀ, ਉਹ ਵੀ ਪਰਮਾਤਮਾ ਆ। ਪਹਿਲਾਂ ਕਹਿੰਦੇ ਧੰਨ ਧੰਨ ਤੂੰ ਮਾਤਾ ਦੇਵਕੀ। ਹੁਣ ਇਹ ਮਾਤਾ ਕਿਹੜੀ ਹੋਈ? ਮਾਤਾ ਕੌਣ ਹੈ? ਆਪਾਂ ਜਿਹੜੇ ਹੈਗੇ ਦੁਨੀਆ ਦੇ ਵਿੱਚ ਆਏ ਆ, ਆਪਾਂ ਮਾਇਆ ਦੇ ਘਰ ਜਨਮ ਲਿਆ ਹੋਇਆ। ਆਪਣੀ ਮਾਂ ਪਿਓ ਮਾਤਾ ਹੈਗੀ, ਮਾਇਆ। ਜਦ ਗੁਰੂ ਘਰ 'ਚ ਜਨਮ ਹੁੰਦਾ ਇਨਸਾਨ ਦਾ, ਜਦ ਜਿਹੜਾ ਹੈਗਾ ਬ੍ਰਹਮ ਗਿਆਨ ਮਿਲਦਾ ਹੈ ਇਨਸਾਨ ਨੂੰ, ਉੱਥੋਂ ਜਨਮ ਹੁੰਦਾ ਹੈ ਇਨਸਾਨ ਦਾ। ਆਪਣਾ ਅਸਲੀ ਜਨਮ ਉੱਥੋਂ ਹੋਇਆ ਹੈ। ਆਪਣੀ ਮਾਤਾ ਕੌਣ ਹੈ? ਆਪਣੀ ਮਾਤਾ ਬ੍ਰਹਮ ਗਿਆਨ, ਆਪਣੀ ਮਾਂ ਆ, ਪਿਓ ਹੈ, ਸਭ ਕੁਛ ਹੈਗਾ। ਔਰ ਭਗਤੀ, ਭਗਤੀ ਹੈ ਮਾਂ ਆਪਣੀ। ਭਗਤੀ ਤੋਂ ਜਨਮ ਹੋਇਆ, ਭਗਤੀ ਤੋਂ ਮਿਲਿਆ। ਧੰਨ ਧੰਨ ਤੂੰ ਮਾਤਾ ਦੇਵਕੀ। ਭਗਤੀ ਤੋਂ ਕੀ ਜਨਮ ਹੋਇਆ? ਕਿਹਦਾ ਜਨਮ ਹੋਇਆ? ਉਹ ਮਾਲਕ ਪਰਮਾਤਮਾ ਆਪਣੇ ਘਰ 'ਚ ਪ੍ਰਗਟ ਹੋਇਆ। ਕਿਵੇਂ ਹੋਇਆ? ਭਗਤੀ ਤੋਂ ਹੋਇਆ। ਕਿਵੇਂ ਹੋਇਆ? ਬ੍ਰਹਮ ਗਿਆਨ ਤੋਂ। ਗਿਆਨ ਮਿਲਿਆ ਅਤੇ ਭਗਤੀ ਕਰਨ ਦੇ ਨਾਲ ਉਹ ਪਰਮਾਤਮਾ ਪ੍ਰਗਟ ਹੋ ਗਿਆ, ਪੈਦਾ ਹੋ ਗਿਆ ਆਪਣੇ ਅੰਦਰ। ਦੇਖੋ ਕਿੰਨੀ ਕਮਾਲ ਆ, ਕਿੰਨੀ ਕਮਾਲ ਦੀ ਬਾਣੀ ਆ। ਔਰ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਭੇਦ ਛੁਪੇ ਹੋਏ। ਇਹ ਸਿੰਪਲ ਅਰਥ ਕੀ ਕਰ ਲਾਂਗੇ ਇਹਦੇ? ਧੰਨ ਧੰਨ ਤੂੰ ਮਾਤਾ ਦੇਵਕੀ, ਜਹ ਗ੍ਰਹਿ ਰਮਈਆ ਕਮਲਾਪਤੀ। ਤੇਰੀ ਵਜ੍ਹਾ ਦੇ ਨਾਲ ਇਹ ਘਰ ਦੇ ਵਿੱਚ, ਇਸ ਘਰ ਦੇ ਸਰੀਰ ਦੇ ਵਿੱਚ, ਇਹਨਾਂ ਰੋਮਾਂ ਦੇ ਵਿੱਚ, ਇਸ ਕੰਬਲੀ ਦੇ ਵਿੱਚ ਉਹ ਮਾਲਕ ਪਰਮਾਤਮਾ ਆ ਗਿਆ। ਜਹ ਗ੍ਰਹਿ ਰਮਈਆ ਕਮਲਾਪਤੀ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਤੇ ਜੀ ਸਾਹਿਬ ਕੀ ਕਹਿਣਾ ਕੀ ਚਾਹੁੰਦੇ ਨੇ? ਉਹ ਕਹਿੰਦੇ ਆ ਵੀ ਮੈਨੂੰ ਪ੍ਰਾਪਤੀ ਹੋਈ ਆ ਤੇ ਕਿਵੇਂ ਹੋਈ ਆ? ਮੇਰੇ ਅੰਦਰ ਪਰਮਾਤਮਾ ਪ੍ਰਗਟ ਹੋਇਆ ਤੇ ਕਿਵੇਂ ਹੋਇਆ? ਕਹਿੰਦੇ ਭਗਤੀ ਕਰਨ ਦੇ ਨਾਲ ਹੋਇਆ। ਭਗਤੀ ਕਿੱਥੋਂ ਮਿਲ ਗਈ? ਡਾਇਰੈਕਟ ਭਗਤੀ ਦਾ ਕਿਵੇਂ ਸੁਪਨਾ ਆ ਗਿਆ ਭਗਤੀ ਕਰਨ ਦਾ? ਉਹ ਕਹਿੰਦੇ ਆ ਬ੍ਰਹਮ ਗਿਆਨੀਆਂ ਤੋਂ ਆ ਗਿਆ, ਬ੍ਰਹਮ ਗਿਆਨ ਤੋਂ ਆ ਗਿਆ, ਗੁਰੂ ਤੋਂ ਆ ਗਿਆ। ਉਹ ਮੇਰੇ ਮਾਂ ਪਿਓ ਹੋਏ। ਫਿਰ ਬ੍ਰਹਮ ਗਿਆਨੀ ਤੇ ਭਗਤੀ ਮੇਰੀ ਮਾਂ ਪਿਓ ਹੋਈ। ਉਹਨੂੰ ਕਹਿ ਰਹੇ ਧੰਨ ਧੰਨ ਤੂੰ ਮਾਤਾ ਦੇਵਕੀ। ਤੂੰ ਕ੍ਰਿਸ਼ਨ ਨੂੰ, ਤੂੰ ਪਰਮਾਤਮਾ ਨੂੰ ਜਨਮ ਦੇ ਦਿੱਤਾ ਮੇਰੇ ਅੰਦਰ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਭਗਤੀ ਨੂੰ ਕਹਿ ਰਹੇ ਆ, ਆਪਣੇ ਜਿਹੜੇ ਗੁਰੂ ਨੂੰ ਕਹਿ ਰਹੇ ਆ, ਬ੍ਰਹਮ ਗਿਆਨੀਆਂ ਨੂੰ ਕਹਿ ਰਹੇ ਆ ਵੀ ਤੁਹਾਡੀ ਵਜ੍ਹਾ ਨਾਲ ਹੋਇਆ, ਤੁਹਾਡਾ ਇਹਦੇ 'ਚ ਰੋਲ ਆ ਬਹੁਤ ਜ਼ਿਆਦਾ। ਇਹ ਭਗਤੀ ਦਾ ਬਹੁਤ ਰੋਲ ਹੈਗਾ ਇਹਦੇ ਵਿੱਚ। ਮਾਇਆ ਵੱਲੋਂ ਜਿਹੜੀ ਹੈ ਆਪਾਂ ਨੇ ਆਪਣੇ ਜਿਹੜੇ ਹੈਗੇ, ਦੇਖੋ ਮਾਇਆ ਕਿੰਨੀ ਸਵਾਦਿਸ਼ਟ ਹੈਗੀ, ਕਿੰਨਾ ਉਹਦੇ ਵਿੱਚ ਜਿਹੜੇ ਹੈਗੇ ਕਿੰਨੀ ਆਪਣਾ ਅਟਰੈਕਸ਼ਨ ਹੈ ਉਹਦੇ ਵਿੱਚ। ਉਹਨੂੰ ਛੱਡਿਆ ਆਪਾਂ ਨੇ ਤਾਂ ਇਹ ਭਗਤੀ ਹੋਈ। ਧੰਨ ਧੰਨ ਤੂੰ ਮਾਤਾ ਦੇਵਕੀ, ਜਹ ਗ੍ਰਹਿ ਰਮਈਆ ਕਮਲਾਪਤੀ। ਤੇਰੀ ਵਜ੍ਹਾ ਨਾਲ ਇਸ ਘਰ ਦੇ ਵਿੱਚ ਜਿਹੜਾ ਹੈਗਾ ਉਹ ਰਮਈਆ, ਰਮਤ ਰਾਮ ਦੁਨੀਆ ਦੇ ਵਿੱਚ ਜਿਹੜਾ ਸਾਰੀ ਸ੍ਰਿਸ਼ਟੀ 'ਚ ਰਮਿਆ ਹੋਇਆ ਕਮਲਾਪਤੀ, ਮਾਇਆ ਦਾ ਪਤੀ ਪ੍ਰਗਟ ਹੋ ਗਿਆ। ਹਾਂਜੀ ਵੀਰ ਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਇੱਕ ਗੱਲ ਤੇ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਿਲਕੁਲ ਕਲੀਅਰ ਕੱਟ। ਗਿਆਨ ਕਰਾਉਣ ਦੇ ਲਈ ਤੁਸੀਂ ਵੇਖਿਆ ਬਾਣੀ ਦੇ ਵਿੱਚ, ਬਾਣੀ 'ਚ ਖਾਸ ਕਰਕੇ ਜਿਹੜੇ ਕਹਿ ਰਹੇ ਨੇ ਉਹ ਪ੍ਰਮਾਤਮਾ ਨੂੰ ਕਹਿ ਰਹੇ ਨੇ ਕਿ ਵੀ ਸਾਨੂੰ ਗਿਆਨ ਕਰਾਉਣ ਵਾਸਤੇ ਸੰਗਤ ਦਿਓ ਜਾਂ ਸਾਨੂੰ ਕੋਈ ਬੰਦਾ ਦਿਓ। ਹਾਂ ਬਿਲਕੁਲ ਸਹੀ ਗੱਲ ਹੈ। ਇਹਦਾ ਮਤਲਬ ਕਿ ਉਹ ਸ਼ਤਾਈ ਸੀ, ਉਹਨਾਂ ਨੂੰ ਪਤਾ ਨਹੀਂ ਕਿੰਨੇ ਬਾਬੇ ਹੈਗੇ ਇੱਥੇ, ਕਿੰਨੀ ਭੀੜ ਪਈ ਉਹਨੂੰ। ਕਾਸੀ ਕੁਚੀ ਜਿਲੋ ਤੇ ਭੀੜ ਦੀ ਚੱਲ ਜਾਂਦੇ ਭੀੜਾਂ ਜਾ ਕੇ ਤੇ ਕਹਿੰਦੇ ਰੱਬ ਦਾ ਨਾਂ ਦਿਓ ਸਾਨੂੰ। ਉਹਨਾਂ ਕੋਲ ਰੱਬ ਕੋ ਮੰਗਣ ਦੀ ਕੀ ਲੋੜ ਪਈ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪੁਆਇੰਟ ਨੋਟ ਕੀਤਾ ਕਿ ਏਦਾਂ ਦਾ ਕੰਮ ਪਹਿਲਾਂ ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਉਹਨਾਂ ਕੋਲ ਜਾ ਕੇ ਆਪਾਂ ਗਿਆਨ ਲੈ ਲਈਏ, ਪਰ ਨਹੀਂ, ਉਹ ਤੇ ਰੱਬ ਨੂੰ ਕਹਿੰਦੇ ਸਾਨੂੰ ਬੰਦਾ ਭੇਜ, ਸਾਨੂੰ ਸੰਗਤ ਦੇ। ਤੁਹਾਨੂੰ ਕਿੱਦਾਂ ਪਤਾ ਲੱਗੂ ਕਿਹੜਾ ਬੰਦਾ ਅਸਲੀ ਕਿਹੜਾ ਨਕਲੀ? ਆਪਾਂ ਨੇ ਕੋਲ ਕਿਹੜਾ, ਆਪਣਾ ਤਾਂ ਬਲ ਫਿਊਜ਼ ਹੈ। ਆਪਾਂ ਕਿਵੇਂ ਜਿਹੜਾ ਹੈਗਾ ਇੱਕਦਮ ਪ੍ਰਕਾਸ਼ ਦੇ ਬਾਰੇ ਜਾਣ ਸਕਦੇ ਵੀ ਇਹਦੇ ਅੰਦਰ ਪ੍ਰਕਾਸ਼ ਹੋਇਆ ਪਿਆ? ਕਿਹੜਾ ਥਰਮਾਮੀਟਰ ਹੈ ਆਪਣੇ ਕੋਲ? ਦੱਸੋ ਕਿਹੜਾ? ਕਿਤੇ ਕੋਈ ਗ੍ਰੰਥ ਨਹੀਂ ਪੜ੍ਹ ਕੇ ਬੋਲੀ ਜਾਂਦੇ ਆ ਮੇਰੇ ਵਰਗਾ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਤੋਤਾ ਗਿਆਨ ਹੀ ਹੋਏ। ਬਿਲਕੁਲ ਸਹੀ ਹੈ ਗੁਰਕੀ ਸਾਹਿਬ, ਬਿਲਕੁਲ। ਆਪਾਂ ਤਾਂ ਓਪਨ ਕਰਦੇ ਹਾਂ ਆਪਣੇ ਆਪ ਨੂੰ, ਬਿਲਕੁਲ ਆਪਾਂ ਓਪਨ ਰੱਖਾਂਗੇ। ਬਿਲਕੁਲ ਇਹ ਨਹੀਂ ਕਿਸੇ ਪਾਸਿਓਂ ਜਿਹੜਾ ਅਸੀਂ ਬਾਣੀ ਕੀ ਪਤਾ ਮੇਰੇ ਵਰਗਾ ਓਦਾਂ ਦੀ ਕਿਤਾਬਾਂ ਪੜ੍ਹ ਕੇ ਬੋਲੀ ਜਾਂਦੇ ਆ। ਹਾਂ
ਹੁਣ ਇਹਦੇ ਵਿੱਚ ਰੋਟੀ ਪਾਣੀ ਮੈਨੂੰ ਨਹੀਂ ਬਣਾਉਣਾ ਆਉਂਦਾ ਤੇ ਪਰ ਮੈਂ ਕਿਤਾਬਾਂ 'ਚ ਲਿਖਿਆ ਨਾ ਆਟਾ ਗੁੰਨਣ ਦਾ ਮੈਨੂੰ ਪਤਾ। ਤੁਸੀਂ ਮੈਨੂੰ ਕਹੋਗੇ ਜੀ ਕਿੱਦਾਂ ਗੁੰਨੀ ਦਾ ਆਟਾ, ਮੈਂ ਕਹੂੰਗਾ ਕਿੱਦਾਂ ਗੁੰਨਣਾ, ਪਾਣੀ ਲਿਆਓ, ਆਟਾ ਮਿਲ ਲਓ, ਜਿੰਨਾ ਆਟਾ ਅੱਧਾ ਪਾਣੀ ਪਾ ਕੇ ਗੁੰਨਣਾ ਸ਼ੁਰੂ ਕਰ ਦੋ, ਘੱਟ ਵਿੱਚ ਹੋਰ ਪਾ ਲਓ, ਕਿਤੇ ਰੋਟੀ ਦਾ ਬਣਨੀ ਆ। ਮੈਂ ਕਹੂੰਗਾ ਲਿਆਓ ਗੈਸ, ਅੱਗ ਬਾਲੋ, ਤਵਾ ਰੱਖੋ, ਉੱਤੇ ਵੇਲ ਵੇਲ ਕੇ ਪਾਈ ਜਾਓ, ਬਸ। ਇਹ ਕਿਹੜੀ ਗੱਲ ਹੈ, ਥਿਊਰੀ ਤੇ ਮੈਨੂੰ ਪਤਾ ਹੀ ਹੈ ਨਾ। ਉਹ ਵੱਖਰੀ ਗੱਲ ਹੈ। ਰੋਟੀਆਂ ਮੈਂ ਸਾੜ ਕੇ ਲਾ ਦਾਂ, ਰੋਟੀ ਮੇਰੀ ਗੋਲੀ ਨਾ ਬਣੇ। ਆਟਾ ਹੀ ਨਹੀਂ ਗੁੰਨਿਆ ਜਾਣਾ ਗੋਰਖੀ ਸਾਹਿਬ, ਆਟਾ ਹੀ ਨਹੀਂ ਪਹਿਲਾਂ ਪਤਲਾ ਹੋ ਜਾਣਾ ਹੈ, ਫਿਰ ਹੋਰ ਪਾਣੀ ਆਟਾ ਹੋਰ ਪਾਉਣਾ ਹੈ, ਤੇ ਫਿਰ ਜਿਹੜਾ ਹੈਗਾ ਉਹ ਕੜਕ ਹੋ ਜਾਣਾ ਹੈ, ਫਿਰ ਉਹਨੇ ਫਿਰ ਪਾਣੀ ਪਾ ਦੇਣਾ। ਥੋੜਾ ਤਾਂ ਇਹਨੇ ਚੱਕਰ ਚੱਲਣੇ। ਪਰ ਥਿਊਰੀ ਚ ਤੇ ਮੈਂ ਮੈਨੂੰ ਕਿੱਦਾਂ ਰਹੋਗੇ, ਤੁਸੀਂ ਕਹੋਗੇ ਕਿ ਰੱਬ ਕਿੱਦਾਂ ਦਾ, ਮੈਂ ਕਹੂੰਗਾ ਰੂਪ ਨਹੀਂ, ਰੰਗ ਨਹੀਂ, ਤੇ ਰੇਖ। ਉਹਦੀ ਜਿਹੜੀ ਗੱਲ ਹੈ ਗ੍ਰੰਥਾਂ ਚ ਪੜ੍ਹ ਕੇ ਮੈਂ ਬੋਲ ਦੂੰਗਾ। ਵਾਹ ਜੀ ਵਾਹ, ਕਮਾਲ ਆ। ਅੱਜ ਤਾਂ ਜਿਹੜਾ ਕਮਾਲ ਹੋਈ ਪਈ ਹੈ ਜੀ। ਤੁਸੀਂ ਕਿੱਦਾਂ ਫੜੋਗੇ ਮੈਨੂੰ ਦੱਸੋ? ਹੈ ਕੋਈ ਤੁਹਾਡੇ ਚ ਚਲਾਕ ਵੀ ਕਹੋਗੇ ਮੈਨੂੰ ਪੁੱਛੋ ਐਸਾ ਸਵਾਲ ਕਰੋ ਉਲਟਾ ਪੁਲਟਾ, ਉੱਥੇ ਜਾ ਕੇ ਕੰਮ ਫੜਨਾ। ਪਰ ਮੈਂ ਜਦੋਂ ਇੱਥੇ ਝੂਠ ਬੋਲਣਾ ਤੇ ਮੈਂ ਇੱਕ ਝੂਠ ਦੀ ਲਿਮਿਟ ਹੀ ਨਹੀਂ, ਜਿੰਨਾ ਮਰਜ਼ੀ ਬੋਲ ਸਕਦਾ। ਔਰ ਅਕਸਰ ਲੋਕ ਝੂਠ ਬੋਲਦੇ ਨੇ, ਆਪਣੇ ਉਗਰਾਂ ਨੂੰ ਲੁਕਾਉਣ ਦੇ ਲਈ ਲੋਕ ਬਾਣੀ ਦਾ ਸਹਾਰਾ ਲੈਂਦੇ ਨੇ, ਦੂਜੇ ਬ੍ਰਹਮ ਗਿਆਨੀਆਂ ਦੀ। ਇਸੇ ਕਰਕੇ ਬਾਣੀ ਵੇਖਣੀ ਗੁਰੂਆਂ ਨੇ ਕਿਉਂ ਉਹਨਾਂ ਨੂੰ ਲੌਕ ਕੀਤਾ ਬਾਣੀ ਨੂੰ। ਪਰ ਲੋਕੀ ਜੇ ਲੌਕ ਕੀਤਾ ਤੇ ਲੋਕਾਂ ਨੇ ਰਾਹ ਕੱਢ ਲਿਆ, ਲੋਕੀ ਜਿੱਤੋਂ ਹੀ ਕੱਢ ਲੈਂਦੇ ਆ। ਔਰ ਗੋਰਖੀ ਸਾਹਿਬ ਇੱਕ ਸਟੈਪ ਵੀ ਨਹੀਂ ਅੱਗੇ ਵੱਧ ਸਕਦੇ ਆਪਾਂ ਇਸ ਦੇ ਨਾਲ, ਇਹ ਤੋਤਾ ਗਿਆਨ ਦੇ ਨਾਲ ਆਪਾਂ ਇੱਕ ਸਟੈਪ ਵੀ ਅੱਗੇ ਨਹੀਂ ਵੱਧ ਸਕਦੇ ਜਦ ਤੱਕ ਆਪਣੇ ਅੰਦਰ ਜਿਹੜਾ ਆਪਾਂ ਜਿਹੜਾ ਹੈਗਾ ਧਿਆਨ ਸਿਮਰਨ ਨਹੀਂ ਕਰਦੇ, ਜਦ ਤੱਕ ਜੋ ਗਿਆਨ ਕਹਿ ਰਿਹਾ ਉਹ ਕਾਰਵਾਈ ਨਹੀਂ ਕਰਦੇ। ਆਹ ਤਾਂ ਵੇਖ ਲਓ, ਆਪਣੀ ਆਪਣੇ ਬੱਚੇ ਖਾ ਜਾਂਦੀ ਹੈ। ਇਹ ਸਭ ਤੋਂ ਪਹਿਲੀ ਗੱਲ ਤੇ ਇਹਨਾਂ ਤੁਹਾਨੂੰ ਠੱਗੀ ਮਾਰਨੀ, ਉਹਨੇ ਆਪਣਾ ਜੀਵਨ ਵੀ ਨਸ਼ਟ ਕਰ ਲਿਆ। ਨਿਜਾ ਸਾਹਿਬ ਬਿਲਕੁਲ, ਦੂਜਿਆਂ ਨੂੰ ਤਾਂ ਠੋਕਦੇ ਪਏ ਆ, ਆਪਣੇ ਆਪ ਨੂੰ ਇਹ ਠੋਕ ਰਹੇ ਨੇ। ਬਿਲਕੁਲ ਹਾਂ, ਜਿਹੜਾ ਗੋਰਖੀ ਸਾਹਿਬ ਆਪ ਚੱਲਿਆ ਹੋਏ, ਗੋਰਖੀ ਸਾਹਿਬ ਦੂਸਰੇ ਨੂੰ ਗਲਤ ਮਾਰਗ ਤੇ ਕਿਵੇਂ ਪਾ ਦੂਗਾ? ਉਹ ਤਾਂ ਪਾ ਹੀ ਨਹੀਂ ਸਕਦਾ, ਇੱਕ ਨੂੰ ਵੀ ਨਹੀਂ ਪਾ ਸਕਦਾ ਉਹ। ਇਹ ਤਾਂ ਪਤਾ ਨਹੀਂ ਕਿੰਨਿਆਂ ਨੂੰ ਪਾ ਰਿਹਾ। ਇਹ ਤਾਂ ਭੀੜਾਂ ਦੀ ਭੀੜ ਇਕੱਠੀ ਕੀਤੀਆਂ ਤੇ ਚਾਹੀਦਾ ਮਾਂ ਦਾ ਸਿਰ, ਇਹਨਾਂ ਨੂੰ ਸਿਰ ਚ ਮਾਰਨੇ ਤੁਹਾਡੇ ਪੈਸੇ। ਕਿੰਨੇ ਕੁ ਪੈਸੇ ਦੇ ਦੋਗੇ? ਇਹਨਾਂ ਦੀ ਭੁੱਖ ਨਹੀਂ ਨਿਕਲਦੀ, ਕਿੱਡੇ ਕਿੱਡੇ ਵੱਡੇ ਇਹਨਾਂ ਕੋਲ ਮਹਿਲ ਪਏ, ਕਿੰਨੀਆਂ ਕਿੰਨੀਆਂ ਦਵਾਈ ਦੀਆਂ ਫੈਕਟਰੀਆਂ ਇਹਨਾਂ ਦੀਆਂ। ਤੁਸੀਂ ਵੇਖੋ ਇੱਥੇ ਨਿਰੰਕਾਰੀਆਂ ਕੋਲ ਚੱਲ ਜਾਓ, ਕਿੰਨੀਆਂ ਫੈਕਟਰੀਆਂ ਇਹਨਾਂ ਦੀਆਂ। ਚਲੋ ਗੋਰਖੀ ਸਾਹਿਬ ਆਪਾਂ ਕਿਸੇ ਦਾ ਉਹ ਨਾਂ ਨਾ ਲਈਏ। ਨਹੀਂ ਨਿੱਜਾ ਸਾਹਿਬ ਨਾਂ ਨਹੀਂ ਲੈਂਦਾ ਮੈਂ, ਤੁਹਾਨੂੰ ਮੈਂ ਗੱਲ ਕਰਦਾ, ਚਲੋ ਨਾਂ ਨਹੀਂ ਮੈਂ ਗੱਲ ਕਰਦਾ। ਉਹ ਨਿੱਜਾ ਸਾਹਿਬ ਇਹ ਆਪਣੇ ਚ ਵੀ ਬਥੇਰੀਆਂ ਨੇ ਫੈਕਟਰੀਆਂ। ਬਿਲਕੁਲ ਸਹੀ ਗੱਲ ਹੈ ਬਿਲਕੁਲ ਹਕੀਕਤ। ਤੁਸੀਂ ਤੁਹਾਡੀ ਗੱਲ ਦੇ ਵਿੱਚ ਜਿਹੜਾ ਇੱਕ ਰੱਤੀ ਵੀ ਜਿਹੜਾ ਹੈਗਾ ਨਾ, ਬਿਲਕੁਲ ਨਾਮ ਦੀ ਨਹੀਂ ਮੈਂ ਗੱਲ ਕਰਦਾ। ਮੈਂ ਨਹੀਂ ਕਹਿੰਦਾ ਕਿ ਚਲੋ ਆਪਾਂ ਕਹਿੰਦੇ ਨਿਰੰਕਾਰ, ਤੁਸੀਂ ਜਾ ਕੇ ਵੇਖੋ ਇਹਨਾਂ ਦੀ ਬਹੁਤ ਫੈਕਟਰੀਆਂ ਨੇ, ਬਿਜ਼ਨਸਮੈਨ ਨੇ ਪ੍ਰੋਪਰਲੀ। ਇਹ ਨਹੀਂ ਮੈਂ ਕਹਿੰਦਾ ਕਿ ਮਾੜੇ ਨੇ, ਸਾਰਾ ਜਿਹੜਾ ਬੰਦਾ ਅਸੀਂ ਤੇ ਸਾਰੇ ਨੂੰ ਕਹਿੰਦੇ ਆ, ਅਸੀਂ ਟਾਰਗੇਟ ਨੇ। ਬਿਲਕੁਲ, ਪਰ ਇਹ ਲੋਕ ਇਹਨਾਂ ਲੋਕਾਂ ਦੀਆਂ ਜਾ ਕੇ ਤੁਸੀਂ ਦੇਖੋ, ਇਹਨਾਂ ਦੇ ਟਰਸਟ ਬਣਾਏ ਨੇ ਤੇ ਉਹਨਾਂ ਦੇ ਵੇਖੋ ਕਿੰਨੀ ਕਿੰਨੀ ਇਨਕਮ ਹੈ। ਉਹ ਤਾਂ ਚੰਗੇ ਬੰਦੇ ਉਹਨਾਂ ਦੇ ਵਿੱਚ ਵੀ ਹੈਗੇ ਵੀਰ ਜੀ, ਚੰਗੇ ਬੰਦੇ ਆਪਣੇ ਚ ਵੀ ਹੈਗੇ, ਮਾੜੇ ਆਪਣੇ ਚ ਵੀ ਹੈਗੇ, ਮਾੜੇ ਉਹਨਾਂ ਚ ਵੀ, ਹਰੇਕ ਚ ਹੈਗੇ। ਉਹ ਤੇ ਹੈਗੇ ਨਿੱਜਰ ਸਾਹਿਬ, ਪਰ ਉਹ ਤੇ ਸਾਰਾ ਸੰਸਾਰ ਕਰਦਾ ਪਿਆ ਵਾ। ਉਹ ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਕਿ ਦੇਖੋ ਇੱਕ ਧਰਮ ਦਾ ਮੈਟਰ ਤੇ ਇਹ ਆ ਕਿ ਉਹਨੇ ਧਰਮ ਦੀ ਸੇਧ ਦੇਣੀ। ਬਸ ਇਹ ਗੱਲ ਹੈਗੀ। ਹਾਂ, ਬਾਕੀ ਆਮ ਪਬਲਿਕ ਦੀ ਆਪਾਂ ਨਹੀਂ ਗੱਲ ਕਰਦੇ। ਨਹੀਂ ਆਪਾਂ ਤੇ ਮੈਂ ਯੂਨੀਵਰਸਲੀ ਗੱਲ ਕਰਦਾ, ਤੇ ਆਪਣੇ ਤੇ ਕਿਹੜੇ ਘੱਟ ਨੇ? ਆਪਣੇ ਤੇ ਵੇਖੋ ਕਾਲਜ ਫੀਸਾਂ ਤੇ ਉਨੀਆਂ ਹੀ ਲੈਂਦੇ। ਹਾਂ, ਅਸੀਂ ਤਾਂ ਪ੍ਰਚਾਰਕਾਂ ਦੀ ਗੱਲ ਕਰ ਰਹੇ ਹਾਂ ਭਾਈ, ਕਿਸੇ ਆਮ ਪਬਲਿਕ ਦੀ ਗੱਲ ਨਹੀਂ। ਆਮ ਕਿਸੇ ਉਹਦੀ ਜਿਹੜੀ ਹੈਗੀ ਅਕਲਟ ਦੀ ਜਾਂ ਕਿਸੇ ਮਤਲਬ ਉਹਦੀ ਨਹੀਂ ਗੱਲ, ਸੰਸਥਾ ਦੀ ਅਸੀਂ ਨਹੀਂ ਗੱਲ ਕਰ ਰਹੇ। ਅਸੀਂ ਤਾਂ ਉੱਥੇ ਜਿਹੜੇ ਹੈਗੇ ਪ੍ਰਚਾਰਕ ਹੈਗੇ, ਜਿਹੜੇ ਉਹਨਾਂ ਦੀ ਗੱਲ ਕਰ ਰਹੇ। ਹੁਣ ਤੁਸੀਂ ਵੇਖ ਲਓ ਆ ਜਿਹੜੇ ਇੱਥੇ ਮੰਦਿਰ ਹੈਗੇ ਨੇ, ਕਿੰਨੇ ਕਿੰਨੇ ਵੱਡੇ ਮੰਦਿਰ ਆ। ਇੱਕ ਮੰਦਿਰ ਚ ਪਤਾ ਨਹੀਂ ਕਿੰਨੇ ਟਨ ਸੋਨਾ। ਬਿਲਕੁਲ ਬਿਲਕੁਲ ਹੈਗਾ, ਇਹ ਤਾਂ ਹਕੀਕਤ ਹੈਗੀ ਜੀ, ਬਿਲਕੁਲ ਹਕੀਕਤ ਹੈਗੀ। ਇਹ ਤੇ ਇਹਦੀ ਚ ਨਿੱਜਰ ਸਾਹਿਬ ਆਪਾਂ ਕਿਤੋਂ ਡਰਦੇ ਵੀ ਨਹੀਂ ਆ। ਇਹਦੇ ਵੀ ਕਿਆ ਇਹ ਬਨਾਰਸ ਕੇ ਠੱਗ ਹੈਗੇ। ਜੇ ਸੱਚਾਈ ਨੂੰ ਆਪਾਂ ਨਹੀਂ ਬੋਲਦੇ ਤੇ ਫਿਰ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਗੁਰੂ ਵੱਲੋਂ ਜਿਹੜਾ ਹੈਗਾ ਇਹ ਗਿਆਨ ਵੱਲੋਂ ਝੂਠੇ ਹੋ ਜਾਣਗੇ, ਪਰਮਾਤਮਾ ਵੱਲੋਂ ਝੂਠੇ ਹੋ ਜਾਣਗੇ ਫਿਰ ਆਪਾਂ। ਹਾਂ ਨਹੀਂ ਏਦਾਂ ਨਾ। ਇਹ ਤੇ ਪਤਾ ਕੀ ਆ, ਉਹ ਆਪਾਂ ਕੋਈ ਗਲਤ ਨਹੀਂ ਕਿਸੇ ਨੂੰ ਕਹਿੰਦੇ, ਤੇ ਕਹਿੰਦੇ ਜੋ ਪ੍ਰੈਕਟੀਕਲ ਸਾਹਮਣੇ ਚੀਜ਼ਾਂ ਉਹ ਪਤਾ ਸਾਰਿਆਂ ਨੂੰ ਹੀ। ਚਲੋ ਇਹ ਤੇ ਕਥਾ ਦੇ ਵਿੱਚ ਮਕਸਦ ਪਤਾ ਕੀ ਹੁੰਦਾ, ਜਦੋਂ ਤੁਸੀਂ ਅਗਿਆਨ ਤੋਂ ਛੁੱਟ ਜਾਓਗੇ ਨਾ ਤੇ ਗਿਆਨ ਨੂੰ ਲੱਭਣ ਦੀ ਲੋੜ ਨਹੀਂ ਪੈਣੀ। ਗਿਆਨ ਤੁਹਾਡੇ ਕੋਲ ਹੀ ਹੈ। ਇਹ ਸੱਚ ਹੈ, ਇਹ ਸੱਚ ਹੈ, ਬਿਲਕੁਲ ਸੱਚ ਹੈ। ਬਾਣੀ ਦਾ ਮਤਲਬ ਇਹੋ ਹੀ ਹੈ ਕਿ ਬਾਣੀ ਕਿਸੇ ਦਾ ਇਲਾਜ ਨਹੀਂ ਕਰਦੀ, ਬਿਲਕੁਲ ਨਹੀਂ ਕਰਦੀ। ਆਪ ਦੇਖੋ ਬਾਣੀ ਦੇ ਵਿੱਚ ਮੂਰਖ ਕਿਹਾ ਹੈ, ਅੰਨਾ ਕਿਹਾ ਹੈ,
ਕਿੰਨੇ ਕਿੰਨੇ ਅਪਸ਼ਬਦ ਵਰਤੇ। ਕਿਉਂ ਵਰਤਦੇ ਨੇ? ਕਿਉਂਕਿ ਇਨਸਾਨ ਨੂੰ ਸਮਝਾਉਣਾ ਬਹੁਤ ਔਖਾ। ਭਾਵੇਂ ਜਿੰਨੇ ਮਰਜ਼ੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵਾਜੇ ਵਜਾਉਣ ਦੀ, ਸਾਊਂਡ ਕਰਨ ਦੀ, ਕਿਸੇ ਤਰੀਕੇ ਨਾਲ ਇਨਸਾਨ ਉੱਠ ਜੇ, ਪਰ ਇਨਸਾਨ ਨਹੀਂ ਉੱਠਦਾ, ਬਹੁਤ ਗਹਿਰਾ ਸੁੱਤਾ ਹੈ। ਤੇ ਇੱਥੇ ਆਪਾਂ ਚੀਜ਼ ਨੂੰ ਫੇਰ ਵਾਪਸ ਲੈ ਆਉਂਦੇ ਹਾਂ। ਨਿੱਜ ਸਾਹਿਬ ਅਗਲੀ ਤੁਕ ਬੋਲੋ। ਹਾਂ, ਇਹ ਹੋ ਗਿਆ ਸੀ ਧੰਨ ਧੰਨ ਤੂੰ ਮਾਤਾ ਦੇਵਕੀ ਜੈ ਗ੍ਰਹਿ ਰਮਈਆ ਕਮਲਾਪਤੀ। ਇਸ ਤੋਂ ਅੱਗੇ ਹੁਣ ਜਿਹੜਾ ਹੈਗਾ ਧੰਨ ਧੰਨ ਬਨਖੰਡ ਬਿੰਦਰਾ ਬਨਾ, ਧੰਨ ਧੰਨ ਬਨਖੰਡ ਬਿੰਦਰਾ ਬਨਾ। ਦੇਖ ਲਓ ਆ ਬਨਖੰਡ ਆ ਭਾਈ ਆਪਣਾ, ਆਪਾਂ ਬਨਖੰਡ ਆ ਬਨਖੰਡ। ਕਹਿੰਦੇ ਬਿੰਦਰਾਬਨ ਜਿਹੜਾ ਹੈਗਾ ਇਹ ਬਨਖੰਡ। ਕਹਿੰਦੇ ਧੰਨ ਆ ਭਾਈ, ਧੰਨ ਹੈ ਮਨੁੱਖਾ ਸਰੀਰ ਜਹ ਖੇਲੇ ਸ੍ਰੀ ਨਾਰਾਇਣ, ਜਿਹਦੇ ਅੰਦਰ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਸ੍ਰੀ ਨਾਰਾਇਣ, ਹੁਣ ਨਾਰਾਇਣਾ ਕਹਿਤਾ। ਦੇਖੋ ਇੱਕ ਇੱਕ ਲਾਈਨ 'ਚ ਅਲੱਗ ਅਲੱਗ ਟਾਈਟਲ, ਅਲੱਗ ਅਲੱਗ ਪਰਮਾਤਮਾ ਦਾ ਨਾਮ ਦੇ ਰਹੇ ਹੋ। ਧੰਨ ਧੰਨ ਬਨਖੰਡ ਬਿੰਦਰਾ ਬਨਾ। ਹੁਣ ਇਹਨਾਂ ਨੇ ਕਹਿਣਾ ਜੀ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਹੋ ਰਹੀ ਹੈ। ਹੁਣ ਇੱਥੇ ਜਹ ਖੇਲੇ ਸ੍ਰੀ ਨਾਰਾਇਣ, ਇਹ ਤਾਂ ਨਾਰਾਇਣ ਦੀ ਗੱਲ ਹੋ ਰਹੀ ਹੈ ਭਾਈ। ਇਹ ਬਨਖੰਡ ਬਿੰਦਰਾ ਬਨਾ ਉਹ ਇਨਸਾਨ ਹੈਗਾ, ਉਹ ਭਾਗਾਂ ਵਾਲਾ ਇਨਸਾਨ ਹੈ ਜਿਹਦੇ ਅੰਦਰ ਪ੍ਰਗਟ ਹੋਈ ਹੈ ਜੋਤ ਮਾਲਕ ਪਰਮਾਤਮਾ ਦੀ। ਹਾਂਜੀ ਵੀਰ ਜੀ। ਠੀਕ ਹੈ ਜੀ, ਠੀਕ ਹੈ। ਜਿੱਥੇ ਵੀ ਪਰਮਾਤਮਾ ਦੀ ਜੋਤ ਹੈਗੀ ਆ ਉੱਥੇ ਨਾਚ ਹੈ। ਹੁਣ ਤੁਸੀਂ ਦੇਖੋ ਤੁਹਾਡੇ ਘਰ ਪੱਖਾ ਲੱਗਾ, ਬਲਬ ਲੱਗਾ, ਇੱਥੋਂ ਤੱਕ ਕਿ ਤੁਹਾਡੇ ਘਰ ਜਿਹੜਾ ਘੜੀ ਘੁੰਮਦੀ ਪਈ ਆ ਉਹਦੇ ਅੰਦਰ ਵੀ ਐਨਰਜੀ ਦਾ ਹੀ ਨਾਚ ਹੈ। ਪਰ ਐਨਰਜੀ ਦਿਖਾਈ ਦੀ ਨਹੀਂ ਨਾ ਦਿੰਦੀ, ਉਹਦੇ ਆਊਟਪੁੱਟ ਵੱਖੋ ਵੱਖ ਨੇ। ਪੱਖੇ 'ਚ ਅਲੱਗ ਕੰਮ ਕਰ ਰਹੀ ਹੈ, ਘੜੀ ਦੇ ਵਿੱਚ ਅਲੱਗ, ਟੀਵੀ 'ਚ ਅਲੱਗ ਕੰਮ, ਮੋਟਰਸਾਈਕਲ 'ਚ ਵੀ ਐਨਰਜੀ ਦੇਖਦੀ ਥੋੜੀ ਪਈ, ਫਰਿੱਜ 'ਚ ਵੀ ਐਨਰਜੀ ਹੈ, ਏਸੀ 'ਚ ਵੀ ਐਨਰਜੀ ਹੈ। ਐਨਰਜੀ ਜਿਹੜੀ ਗੁਪਤ ਰੂਪ 'ਚ ਕੰਮ ਕਰਦੀ, ਪਰ ਸੋਰਸ ਕਿਹੜਾ ਵਾ? ਐਨਰਜੀ। ਇਹ ਬ੍ਰਹਿਮੰਡ ਜਿਹੜਾ ਹੈਗਾ, ਦੇਖੋ ਇਹ ਬਾਣੀ ਹੈਗਾ, ਉਹਦਾ ਇੱਕ ਜੰਗਲ ਆ, ਉਹਦੇ ਵਿੱਚ ਵੇਖੋ ਕਿੱਦਾਂ ਕੀੜੇ ਮਕੌੜੇ, ਹਾਥੀ, ਵਿਲ ਮੱਛੀ, ਕਿੰਨੀਆਂ ਮੱਛੀਆਂ, ਐਨਰਜੀ ਤੇ ਸਾਰੀ ਉਹਦੀ ਹੈ ਨਾ। ਔਰ ਐਨਰਜੀ ਵੇਖੋ ਕਿੱਦਾਂ ਨਾਚ ਕਰ ਰਹੀ ਹੈ। ਤੇ ਤਿਤਲੀਆਂ ਰੂਪ 'ਚ ਵੇਖ ਲਓ, ਕਿਸੇ ਵੀ ਰੂਪ 'ਚ ਜਿਹੜੀ ਐਕਟੀਵਿਟੀ ਹੋ ਰਹੀ ਹੈ, ਇਹ ਐਨਰਜੀ ਸਾਰੀ ਪਰਮਾਤਮਾ ਆਤਮਾ ਤੋਂ ਹੀ ਆ ਰਹੀ ਹੈ। ਔਰ ਉਸੇ ਦੀ ਐਨਰਜੀ ਦਾ ਨਾਚ ਹੈਗਾ। ਇਸ ਚੀਜ਼ ਨੂੰ ਆਪਾਂ ਸਮਝਾਂਗੇ ਨਹੀਂ ਤਾਂ ਉਹਨਾਂ ਚਿਰ ਸਾਨੂੰ ਗਿਆਨ ਨਹੀਂ ਹੋਣਾ। ਇਹ ਜੋ ਵੀ ਸਾਡੇ ਲਾਗੇ ਬੰਨੇ ਦਿਖਾਈ ਦੇ ਰਿਹਾ, ਚਾਹੇ ਜੜ ਹੈ ਚਾਹੇ ਉਹ ਚੇਤਨ ਹੈ, ਇਹਦੇ ਅੰਦਰ ਨਾਚ ਜਿਹੜੀ ਐਨਰਜੀ ਜਿਹੜੀ ਉਹ ਪਰਮਾਤਮਾ ਦੀ ਹੀ ਕਰ ਰਹੀ ਹੈ। ਬਿਲਕੁਲ। ਉਸ ਤੋਂ ਬਿਨਾਂ ਬੱਤੀ ਤੋਂ ਬਿਨਾਂ ਤੁਹਾਡਾ ਪੱਖਾ ਕਿੱਥੋਂ ਚੱਲੂਗਾ? ਦੱਸੋ ਮੈਨੂੰ। ਸੋਰਸ ਆਫ ਐਨਰਜੀ ਕਿੱਥੋਂ ਆ? ਆਤਮਾ ਹੀ ਐਨਰਜੀ ਹੈ। ਚਾਹੇ ਪ੍ਰਕਿਰਤੀ ਯੂਜ਼ ਕਰ ਰਹੀ ਹੈ, ਜੜ ਜਿਹੜੀ ਉਹ ਚੇਤਨ ਨੂੰ ਯੂਜ਼ ਕਰ ਰਹੀ ਹੈ, ਐਨਰਜੀ ਜਿਹੜੀ ਉਹ ਪਰਮਾਤਮਾ ਹੀ ਹੈ। ਹਾਂਜੀ ਨਿਜਾ ਸਾਹਿਬ। ਅੱਗੇ ਆਖਰੀ ਲਾਈਨ ਆ ਗਈ, ਆਖਰੀ ਬੰਦ। ਬੇਨ ਵਜਾਵੈ, ਉਹ ਮਧੁਰ ਬੇਨ ਦੀ ਗੱਲ ਕੀਤੀ ਸੀ। ਧੰਨ ਧੰਨ ਉਹ ਮਧੁਰ ਬੇਨ ਰਾਮ ਬੇਨ ਬਾਜੈ, ਮਧੁਰ ਮਧੁਰ ਤੂੰ ਨਾਨਦ ਗਾਜੈ। ਸ਼ੁਰੂ 'ਚ ਆਖਰੀ ਦੇ ਵਿੱਚ ਫਿਰ ਨਾਮਦੇਵ ਜੀ ਕਹਿ ਰਹੇ ਕਿ ਬੇਨ ਵਜਾਵੈ ਗੋਧਨ ਚਰੈ। ਕਹਿੰਦੇ ਉਹ ਪਰਮਾਤਮਾ ਦੀ ਬੀਣਾ ਜਿਹੜੀ ਮੇਰੇ ਅੰਦਰ ਵੱਜਦੀ ਆ, ਮਾਲਕ ਪਰਮਾਤਮਾ ਦੀ, ਉਹ ਅੰਮ੍ਰਿਤ ਰਸ ਮੇਰੇ ਅੰਦਰ ਆਉਂਦਾ ਹੈ। ਮੇਰੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਪਹਿਲਾਂ ਜਿਹੜੀਆਂ ਹੈਗੀਆਂ, ਮਾਇਆ ਦੇ ਸਵਾਦ, ਰਸ ਕਸ, ਪਦਾਰਥ, ਚੋਗਾ, ਉਹ ਜਿਹੜਾ ਹੈਗਾ ਕੁੰਡੀ ਦੇ ਵਿੱਚ ਜਿਹੜਾ ਪਾ ਕੇ ਚੋਗਾ ਮੱਛੀ ਨੂੰ ਖਿੱਚਦੇ ਆ, ਉਵੇਂ ਜਿਹੜਾ ਹੈਗਾ ਚਰਦੀਆਂ ਸੀਗੀਆਂ, ਉਵੇਂ ਚਰਦੀਆਂ ਸੀ ਅੱਖਾਂ। ਆਪਣਾ ਜਿਹੜਾ ਹਰੇਕ ਇੰਦਰੀ ਜਿਹੜੀ ਹੈਗੀ ਆਪਣੇ ਆਪਣੇ ਜੀਭ ਦੇ ਆਪਣੇ ਸਵਾਦ, ਹਰੇਕ ਦੇ ਆਪਣੇ ਸਵਾਦ ਸੀ। ਕੰਨਾਂ ਦਾ ਆਪਣਾ ਬੇਨ ਵਜਾਵੇ ਗੋਧਨ ਚਰੇ। ਹੁਣ ਜਿਹੜੀਆਂ ਹੈਗੀਆਂ ਮੇਰੀਆਂ ਗਿਆਨ ਇੰਦਰੀਆਂ ਸਾਰੀਆਂ ਬਿਲਕੁਲ ਮਾਇਆ ਨੂੰ ਬਿਲਕੁਲ ਦੇਖਦੀਆਂ ਹੀ ਨਹੀਂ ਹੈ। ਰੂਪ ਸਾਹਮਣੇ ਹੈਗਾ, ਪਦਾਰਥ ਸਾਹਮਣੇ ਹੈਗੇ, ਖਾਣ ਦੇ ਹੋਰ ਸਾਰਾ ਦੁਨੀਆ ਦੇ। ਕਹਿੰਦੇ ਨਹੀਂ, ਹੁਣ ਅੰਦਰ ਮਿਲ ਗਿਆ ਇਹਨਾਂ ਨੂੰ ਖੁਰਾਕ, ਹੁਣ ਅੰਦਰ ਇਹਨਾਂ ਨੂੰ ਅੰਮ੍ਰਿਤ ਦੀ ਖੁਰਾਕ ਮਿਲ ਗਈ ਹੈ। ਬੇਨ ਵਜਾਵੇ, ਕਿਉਂਕਿ ਅੰਦਰ ਬੀਣਾ ਵਜਾਉਣ ਵਾਲਾ ਪ੍ਰਗਟ ਆ ਉਹ ਮਾਲਕ ਪਰਮਾਤਮਾ, ਉਹ ਕ੍ਰਿਸ਼ਨ, ਉਹ ਅੰਦਰ ਪ੍ਰਗਟ ਹੋ ਗਿਆ ਮਾਲਕ ਪਰਮਾਤਮਾ। ਉਹ ਦੁਨੀਆ ਦਾ ਗਲੈਕਸੀਆਂ ਘੁਮਾਉਣ ਵਾਲਾ ਅੰਦਰ ਬੀਣਾ ਵਜਾ ਰਿਹਾ ਹੈ। ਬੇਨ ਵਜਾਵੇ ਗੋਧਨ ਚਰੈ, ਸਾਰੀਆਂ ਗਊਆਂ 'ਚ ਤਰ ਰਹੀਆਂ ਭਾਈ, ਸਾਰੀਆਂ ਇੰਦਰੀਆਂ ਪੂਰੀਆਂ ਸੈਟਿਸਫਾਈਡ ਹੈਗੀਆਂ। ਨਾਮੇ ਕਾ ਸੁਆਮੀ ਆਨੰਦ ਕਰੇ। ਵਾਹ ਉਹ ਮਾਲਕਾ ਵਾਹ। ਕਹਿੰਦੇ ਨਾਮਦੇਵ ਜੀ ਕਹਿੰਦੇ ਮੇਰਾ ਮਾਲਕ ਮੇਰੇ ਅੰਦਰ ਜਿਹੜਾ ਹੈਗਾ ਖੁਸ਼ਹਾਲੀ ਕਰ ਦਿੱਤੀ ਉਹਨੇ।
ਖੁਸ਼ਹਾਲੀ ਕਰ ਦਿੱਤੀ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਇੰਦਰੀਆਂ ਉਦੋਂ ਆਪਣੇ ਆਪ ਹੀ ਸ਼ਾਂਤ ਹੋ ਜਾਣਗੀਆਂ ਜਦੋਂ ਤੁਸੀਂ ਆਤਮਾ ਤੱਤ ਨੂੰ ਅਨੁਭਵ ਕਰ ਲਿਆ ਆਪਣੇ ਆਪ ਹੀ ਬਾਈ ਪ੍ਰੋਡਕਟ। ਅਸੀਂ ਜੋ ਵੀ ਚੀਜ਼ ਨੂੰ ਪ੍ਰਾਪਤ ਕਰ ਰਹੇ ਹਾਂ ਜਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹਦੇ ਪਿੱਛੇ ਸਾਡੀ ਜਿਹੜੀ ਚਾਹਤ ਹੈਗੀ ਉਹ ਆਨੰਦ ਦੀ। ਅਸੀਂ ਆਨੰਦ ਚਾਹੁੰਦੇ ਹਾਂ, ਹੋਰ ਕੋਈ ਕਾਰਨ ਨਹੀਂ ਹੈਗਾ। ਜੁਆਰੀਏ ਜੂਆ ਖੇਡਦੇ ਤੁਸੀਂ ਵੇਖਿਆ ਨਾ, ਉਹਨੂੰ ਆਦਤ ਪੈ ਜਾਂਦੀ ਹੈ। ਉਹਦਾ ਧਿਆਨ ਜਦੋਂ ਸੈਂਟਰਲਾਈਜ਼ ਹੋ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ, ਅਸਲ 'ਚ ਪੈਸੇ ਪ੍ਰਾਪਤ ਕਰਨ ਵਾਸਤੇ ਨਹੀਂ ਜਾਂਦਾ ਕਿਉਂਕਿ ਹੁਣੇ ਕੀ ਹੋਊਗਾ। ਜਿਵੇਂ ਉਹ ਜਿਹੜਾ ਇਨਾਮ ਨਿਕਲਣ ਦਾ ਟਾਈਮ ਲੱਗ ਗਿਆ ਜਾਂਦਾ ਤਿਵੇਂ ਉਹਦਾ ਧਿਆਨ ਇਕਾਗਰ ਹੁੰਦਾ ਹੈ। ਨਿੱਜਰ ਸਾਹਿਬ ਅਸਲ 'ਚ ਉਹਨੂੰ ਮਿਲਦਾ ਪਿਆ ਧਿਆਨ, ਪਰ ਕਿਸੇ ਹੋਰ ਰੂਪ 'ਚ ਮਿਲਦਾ। ਜਿੱਦਾਂ ਆਪਾਂ ਭਗਤੀ ਕਰਦੇ ਹਾਂ, ਆਪਾਂ ਆਤਮਾ ਦੀ ਭਗਤੀ ਕਰਦੇ ਹਾਂ, ਅਸਲ 'ਚ ਉਹਨੂੰ ਗਿਆਨ ਨਹੀਂ, ਉਹ ਅਗਿਆਨ ਵਸ ਪੈ ਕੇ ਉਹ ਕਿਸੇ ਦੂਜੇ ਤਰੀਕੇ ਨਾਲ ਉਸੇ ਚੀਜ਼ ਨੂੰ ਪ੍ਰਾਪਤ ਕਰ ਰਿਹਾ, ਪਰ ਉਹਨੂੰ ਪਤਾ ਨਹੀਂ। ਇਸ ਕਰਕੇ ਉਹ ਬਾਰ-ਬਾਰ ਉਹ ਜੂਆ ਖੇਡਦਾ ਜੁਆਰੀਆ, ਕਿਉਂਕਿ ਬਾਰ-ਬਾਰ ਉਹਨੂੰ ਚੰਗਾ ਲੱਗਦਾ, ਧਿਆਨ ਇਕਾਗਰ ਹੁੰਦਾ। ਹੁਣ ਇਹ ਜਿਹੜਾ ਧਿਆਨ ਆ, ਆਨੰਦ ਦੀ ਪ੍ਰਾਪਤੀ ਤੁਹਾਨੂੰ ਉਹਨਾਂ ਚਿਰ ਤੱਕ ਨਹੀਂ ਹੋਣੀ ਜਿੰਨਾ ਚਿਰ ਤੱਕ ਤੁਹਾਡੇ ਅੰਦਰ ਜਿਹੜੀਆਂ ਤਰੰਗਾਂ ਬੰਦ ਨਹੀਂ ਹੁੰਦੀਆਂ। ਪਰ ਜਦੋਂ ਵੀ ਤਰੰਗਾਂ ਬੰਦ ਹੋ ਗਈਆਂ ਤੇ ਜਿਹੜੀਆਂ ਤੁਹਾਡੀਆਂ ਇੰਦਰੀਆਂ ਨੇ ਇਹਨਾਂ ਸ਼ਾਂਤ ਹੋ ਜਾਣਾ ਆਪਣੇ ਆਪ ਹੀ, ਚੁੰਬਕ ਵਾਂਗੂ ਅਟਰੈਕਟ ਨਹੀਂ ਹੋਣਗੀਆਂ। ਇਹਨਾਂ ਦਾ ਤੱਤ ਚੇਂਜ ਹੋ ਜਾਏਗਾ, ਸ਼ਾਂਤ ਹੋ ਜਾਣੀ। ਇੰਦਰੀਆਂ ਆਪਣੇ ਆਪ ਹੀ ਹੁੰਦੀਆਂ ਨੇ। ਜਦੋਂ ਵੀ ਤੁਸੀਂ ਪ੍ਰਮਾਤਮਾ ਨੂੰ ਅਨੁਭਵ ਕਰ ਲਿਆ, ਤੁਸੀਂ ਦੇਖੋਗੇ ਅਗਰ ਤੁਸੀਂ ਭਗਤੀ ਦੇ ਰਾਹੀਂ ਪ੍ਰਮਾਤਮਾ ਦੇ ਕਰੀਬ ਜਾ ਰਹੇ ਜੁਨ, ਤੁਹਾਡੀਆਂ ਇੰਦਰੀਆਂ ਆਪਣੇ ਆਪ ਹੀ ਸ਼ੁੱਧ ਹੋਣੀਆਂ ਸ਼ੁਰੂ ਹੋ ਜਾਂਦੀਆਂ ਗੁਰਕੀ ਸਾਹਿਬ। ਬਿਲਕੁਲ ਹੌਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਿਲਕੁਲ ਇਮੀਡੀਏਟ ਪਤਾ ਲੱਗਣ ਲੱਗ ਜਾਂਦਾ ਹੈ ਗੁਰਕੀ ਸਾਹਿਬ। ਇੰਨੀ ਵੱਡੀ ਚੀਜ਼ ਜਿਹੜੀ ਆਪਾਂ ਨੂੰ ਮਹਿਸੂਸ ਨਾ ਹੋਏ, ਕਮਾਲ ਆ। ਹਾਂ ਬਿਲਕੁਲ। ਉਹ ਪ੍ਰੈਕਟੀਕਲੀ ਤੁਸੀਂ ਦੇਖੋਗੇ ਕਿ ਉਹ ਪਿਓਰਿਟੀ ਆ ਰਹੀ ਹੈ ਕੁਛ, ਕਿਉਂਕਿ ਉਹ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਤੇ ਉਹ ਸਾਰਾ ਸੂਖਮ ਕੰਮ ਹੈ। ਸੂਖਮ ਯਾਤਰਾ ਅੰਦਰ ਦਾ ਸੂਖਮ ਜਿਹੜਾ ਸਰੀਰ ਉਹਨੇ ਸ਼ੁੱਧ ਹੋਣਾ। ਤੇ ਬਸ ਇਹ ਚੀਜ਼ ਨੂੰ ਆਪਾਂ ਸਮਝੀਏ। ਠੀਕ ਹੈ ਜੀ ਨਿਜਰ ਸਾਹਿਬ। ਹਾਂਜੀ ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ ਗੁਰਕੀ ਸਾਹਿਬ। ਬਿਲਕੁਲ। ਇੱਕ ਨਾ ਬੀਬੀ ਕੁਛ ਕਹਿਣਾ ਚਾਹੁੰਦੀ ਸੀ ਗੁਰਕੀ ਸਾਹਿਬ, ਪਲੀਜ਼। ਉਹ ਬੀਬੀ ਹੈ ਤੇ ਜੇ ਬੋਲੋ ਜੀ। ਬਲਵਿੰਦਰ ਸੀਗੇ ਸ਼ਾਇਦ ਨਾਮ, ਮੈਨੂੰ ਨਾਮ ਨਹੀਂ ਯਾਦ, ਜਿਨ੍ਹਾਂ ਨੇ ਕੁਛ ਬੋਲਣਾ ਸੀਗਾ। ਅੱਛਾ ਨਿਜਰ ਸਾਹਿਬ, ਅੱਜ ਦੀ ਸਮਾਪਤੀ ਹੋ ਗਈ ਆ। ਹਾਂਜੀ ਇਹ ਵੀਰ ਜੀ ਮੈਂ ਵੀ ਗੱਲ ਕਹਿਣੀ ਚਾਹੁੰਦਾ ਜੀ। ਹਾਂਜੀ ਇਹ ਜਿਸ ਤਰ੍ਹਾਂ ਮਤਲਬ ਵਰਿੰਦਾਵਨ ਦੀ ਤੇ ਇਹਦੀ ਬੀਨ ਦੀ ਗੱਲ ਕੀਤੀ ਹੈ ਜੀ, ਇਹ ਸਾਰੀ ਮਤਲਬ ਅੰਦਰਲੀ ਪੋਜੀਸ਼ਨ ਸਮਝਾਉਣ ਵਾਸਤੇ ਹੀ ਬਾਹਰ ਐਕਸਪ੍ਰੈਸ ਕੀਤੀ ਆ। ਬਿਲਕੁਲ। ਜਿਵੇਂ ਆਪਣੇ ਹਰਮੰਦਰ ਸਾਹਿਬ ਹੈ, ਉਹ ਸਰੋਵਰ ਹੈ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਤੇ ਪਰਿਕਰਮਾ, ਇਹ ਸਾਰਾ ਕੁਝ ਮਤਲਬ ਅੰਦਰਲੀ ਚੀਜ਼ ਸਮਝਾਉਣ ਵਾਸਤੇ ਮਤਲਬ ਬਾਹਰ ਫਿਜ਼ੀਕਲੀ ਪ੍ਰਗਟ ਕੀਤੀ ਹੈ ਗੁਰੂਆਂ ਨੇ। ਬਿਲਕੁਲ। ਇਵੇਂ ਕ੍ਰਿਸ਼ਨ ਜੀ ਦਾ ਵੀ ਬਿਲਕੁਲ। ਚਲੋ ਉਹ ਨਹੀਂ ਬੋਲ ਨਹੀਂ ਰਹੇ ਗੁਰਕੀ ਸਾਹਿਬ। ਇੱਕ ਨਾ ਗੁਰਕੀ ਸਾਹਿਬ ਇੱਕ ਨਾ ਦੇਖੋ, ਹੁਣ ਆਪ ਗੁਰਸ਼ਰਨ ਸਿੰਘ ਜੀ ਬੋਲੇ ਹੈ ਜੀ, ਇਹਨਾਂ ਦੇ ਕੋਈ ਰਿਸ਼ਤੇਦਾਰ ਹੈਗੇ, ਲੇਡੀਜ਼ ਹੈਗੇ, ਉਹਨਾਂ ਨੂੰ ਕੈਂਸਰ ਹੈਗਾ। ਪਲੀਜ਼ ਉਹਨਾਂ ਦੇ ਵਾਸਤੇ ਜਿਹੜਾ ਅਰਦਾਸ ਕਰ ਦੇਣਾ ਅੱਜ। ਠੀਕ ਹੈ ਜੀ, ਕਰ ਦਿੰਦੇ ਜੀ। ਹਾਂਜੀ ਬੋਲੋ ਜੀ। ਆ ਗਏ ਜੀ। ਹਾਂਜੀ ਵੀਰ ਜੀ, ਆਪਣੇ ਉਹ ਇਹੀ ਗੱਲ ਕਰਦੇ ਸੀ ਨਾ ਰਾਤ ਆਪਣੇ ਈੜਾ ਤੇ ਪਿੰਗਲਾ ਦੀ। ਹਾਂਜੀ ਤੇ ਉਹਦਾ ਦਾ ਸੰਪਰਕ ਜਿਵੇਂ ਕਿ ਚੰਦ ਸੂਰਜ ਦਾ ਕਹਿੰਦੇ ਆਪਾਂ, ਹਨਾ। ਹਾਂ ਵੀਰ ਜੀ ਥੋੜਾ ਜਿਹਾ ਮੈਨੂੰ ਸਮਝਾਉਣਾ ਵੀ ਨਹੀਂ ਆਉਂਦਾ, ਕੋਸ਼ਿਸ਼ ਕਰ ਰਹੀ ਹਾਂ ਮੈਂ, ਅੰਦਰ ਜੋ ਮਹਿਸੂਸ ਹੋਇਆ। ਹਾਂਜੀ ਤੇ ਉਹ ਜਿਸ ਤਰ੍ਹਾਂ ਆਪਣਾ ਸੂਰਜ ਜਦੋਂ ਚੜ੍ਹਦਾ, ਹਾਂਜੀ 5:45 ਤੋਂ 6:20 ਤੱਕ ਦੇ ਵਿੱਚ ਇਹ ਚੱਲਦੀ ਆ ਆਪਣੀ ਧਰਤੀ ਤੇ ਸੂਰਜ ਦੀ। ਤੇ ਉਹਦੇ ਵਿੱਚ ਆਪਣੇ ਅੰਦਰਲੀ ਆਪਣੀ ਯਾਤਰਾ ਵੀ ਉਸ ਹਿਸਾਬ ਨਾਲ ਹੀ ਫਿਰ ਉਹ ਬਦਲਦੀਆਂ ਨੇ ਇਹ ਆਪਣੀ ਦਿਸ਼ਾ। ਜਿਵੇਂ ਚੰਦ ਜਦੋਂ ਫਿਰ 11:45 ਤੋਂ 11:20 ਤੱਕ ਫਿਰ ਇਹ ਦਿਸ਼ਾ ਫਿਰ ਦੂਜੀ ਬਦਲਦੀ ਆ ਆਪਣੀ ਈੜਾ ਤੇ ਪਿੰਗਲਾ, ਏਦਾਂ ਬਦਲਦੀਆਂ ਨੇ। ਫਿਰ ਸ਼ਾਮ ਨੂੰ 5:45 ਤੋਂ ਫਿਰ 6:20 ਤੱਕ। ਜਾਣੀ ਕਿ ਜੇ ਉਹ ਸਮੇਂ ਉਵੇਂ ਫਿਰ ਰਾਤ ਨੂੰ ਏਦਾਂ ਚੱਲਦੀ ਹੈ ਇਹ ਇਹਨਾਂ ਦੀ। ਜਿਵੇਂ ਆਪਾਂ ਕਹਿ ਦਈਏ ਕੋਈ ਡਿਊਟੀ ਤੇ ਲੱਗੇ ਹੋਏ, ਆਪਣੀ ਡਿਊਟੀ ਚੇਂਜ ਹੁੰਦੀ ਆ, ਉਵੇਂ ਆਪਣੀ ਅੰਦਰਲੀ ਜਿਹੜੀ ਚੱਲਦੀਆਂ ਨੇ
ਦੋਨੇ ਨਾੜੀਆਂ ਇਹਨਾਂ ਦੀ ਦਿਸ਼ਾ ਬਦਲਦੀ ਆ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇਹ ਹਮੇਸ਼ਾ ਆਪਾਂ ਨੂੰ ਇੰਨਾ ਮਹਿਸੂਸ ਹੋਊਗਾ ਕਿ ਕਦੀ ਜਿਹੜੀ ਹੈਗੀ ਸੱਜੀ ਖੁੱਲੀ ਹੋ ਰਹੀ ਹੈ ਤੇ ਖੱਬੀ ਜਿਹੜੀ ਹੈ ਘੱਟ ਆ, ਇਹ ਸ਼ਿਫਟ ਹੁੰਦੀਆਂ ਰਹਿੰਦੀਆਂ। ਹਾਂਜੀ, ਇਸ ਦਿਸ਼ਾ ਦੇ ਵਿੱਚ ਜਦੋਂ ਇਹ ਬਦਲਦੀਆਂ ਨੇ ਉਸ ਟਾਈਮ ਤੇ ਜੇ ਆਪਾਂ ਬਹਿਨੇ ਆ, ਮੈਂ ਖੁਦ ਪ੍ਰੈਕਟੀਕਲ ਕੀਤਾ, ਮੈਂ ਸੌਰੀ ਸੰਗਤ ਜੀ, ਮੈਂ ਮਾਫ ਕਰ ਦਿਓ ਮੈਨੂੰ, ਮੈਂ ਖੁਦ ਪ੍ਰੈਕਟੀਕਲ ਕੀਤਾ। ਜਦੋਂ ਇਸ ਸਮੇਂ ਦੇ ਵਿੱਚ ਬਹਿਨੇ ਆ ਨਾ ਆਪਾਂ, ਕਿਉਂਕਿ ਜਦੋਂ ਇਹ ਬਦਲਦੀਆਂ ਨੇ ਆਪਣੀ ਭਗਤੀ ਦੇ ਵਿੱਚ ਬਹੁਤ ਰਸ ਆਉਂਦਾ। ਜਾਣ ਕੇ ਅੰਦਰਲਾ ਮੈਂ ਸਮਝਾ ਨਹੀਂ ਸਕਦੀ, ਮੈਨੂੰ ਬਹੁਤ ਗਿਆਨ ਨਹੀਂ ਹੈਗਾ। ਕਿਉਂਕਿ ਬਦਲਦੀਆਂ ਨਾ ਬੀਬੀ, ਬਦਲਦੀਆਂ ਤੇ ਸਮ ਦੇ ਉੱਤੇ ਪਹੁੰਚਦੀਆਂ ਆ। ਸਮ ਆਉਂਦਾ ਇੱਕ ਟਾਈਮ ਉਹਨਾਂ ਦੇ ਬਦਲਣ ਦੇ ਵੇਲੇ, ਕੋਈ ਚੀਜ਼ ਜਿਹੜੀ ਹੈ ਪਲੱਸ ਤੋਂ ਮਾਈਨਸ ਜਾਣੀ ਆ ਤੇ ਉਹਨੇ ਜ਼ੀਰੋ ਦੇ ਉੱਤੇ ਆਉਣਾ ਇੱਕ ਟਾਈਮ ਦੇ ਉੱਤੇ, ਸਮ ਦੇ ਉੱਤੇ। ਫਿਰ ਉਹਦੇ ਵਿੱਚ ਆਪਾਂ ਜਦੋਂ ਉਸ ਟਾਈਮ ਤੇ ਬਹਿਨੇ ਆ ਆਪਾਂ ਭਗਤੀ ਦੇ ਵਿੱਚ, ਉਨੇ ਕੁ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਅੰਦਰਲੀ ਯਾਤਰਾ ਬਹੁਤ ਵਧੀਆ ਸ਼ੁਰੂ ਹੁੰਦੀ ਆ। ਬਿਲਕੁਲ, ਤੁਹਾਡੀ ਲਾਜਿਕ ਬਿਲਕੁਲ ਸਾਇੰਟੀਫਿਕਲੀ ਟਰੂ ਹੈਗੀ, ਬਿਲਕੁਲ ਸਹੀ ਹੈ। ਇਹ ਪ੍ਰੈਕਟੀਕਲ ਹੈ। ਜਿਹੜਾ ਹੁਣ ਆਪਣੇ ਸਵਾਸਾਂ ਦੀ ਜਦੋਂ ਚੱਲਦੀ ਆ, ਜਿੱਥੇ ਆਪਣੀ ਨੱਕ ਦੀ ਮੂਹਰਲੀ ਪੂਰੀ ਉਹ ਆ ਨਾ, ਵੀਰ ਜੀ ਨੇ, ਮੈਂ ਵੀਰ ਜੀ ਗੁਰੂ ਜੀ ਨੇ ਆਪਣੇ ਬਹੁਤਾ ਇਹਨਾਂ ਸਾਹਮਣੇ ਮੈਂ ਕਹਿ ਨਹੀਂ ਸਕਦੀ, ਚਲੋ ਇਹਨਾਂ ਦੀ ਉਹ ਕਿਰਪਾ ਹੋਈ ਆ ਇੰਨੀ ਕੁ, ਹਨਾ। ਤੇ ਉਹ ਜਿਹੜੀ ਆਪਣੀ ਨੱਕ ਦੀ ਪੂਰੀ ਆਪਣੀ ਇੱਥੋਂ ਇੱਥੇ ਇਕੱਠੀਆਂ ਹੁੰਦੀਆਂ ਨੇ ਇਹ, ਜਦੋਂ ਆਪਾਂ ਸਵਾਸ ਆਪਣੇ ਹੁੰਦੇ ਇੱਥੇ ਇਕੱਠੀਆਂ ਹੋ ਕੇ ਫਿਰ ਆਪਣੀ ਅੰਦਰਲੀ ਸ਼ੁਰੂ ਹੁੰਦੀ ਆ। ਫਿਰ ਆਪਾਂ ਥੋੜਾ ਅੰਦਰ ਜਿਹੜੀ ਕਹਿੰਦੇ ਨੇ ਨਾ ਵੀ ਅੰਦਰਲੀ ਧੁਨ ਸ਼ੁਰੂ ਹੁੰਦੀ ਆ, ਫਿਰ ਆਪਾਂ ਨੂੰ ਉੱਥੇ ਉਹ ਧੁਨ ਸੁਣਾਈ ਦਿੰਦੀ ਆ। ਜਦੋਂ ਇਹ ਦੋਨੇ ਇਕੱਠੀਆਂ ਹੁੰਦੀਆਂ ਫਿਰ ਉਹ ਧੁਨ ਸੁਣਾਈ ਦਿੰਦੀ ਆ, ਫਿਰ ਉਹ ਧੁਨ ਦੇ ਨਾਲ ਜੋੜਨਾ। ਫਿਰ ਆਪਾਂ ਧੁਨ ਦਾ ਕੋਈ ਉਦਾਹਰਨ ਨਹੀਂ ਹੈਗੀ ਦੁਨੀਆ ਦੇ ਵਿੱਚ, ਕੋਈ ਉਦਾਹਰਨ ਨਹੀਂ ਬਣੀ। ਕੋਈ ਉਦਾਹਰਨ ਦੇਈ ਜਾਂਦਾ, ਕੋਈ ਕਿਵੇਂ ਦੇਈ ਜਾਂਦਾ, ਪਰ ਉਹਦੀ ਉਦਾਹਰਨ ਕੋਈ ਨਹੀਂ ਬਣੀ। ਗੋਰਖੀ ਸਾਹਿਬ ਦੇਖੋ, ਤੁਸੀਂ ਤਾਂ ਬੋਲ ਹੀ ਨਹੀਂ ਰਹੇ। ਹਾਂ ਠੀਕ ਹੈ ਜੀ, ਬਲਵਿੰਦਰ ਕੌਰ ਜੀ ਬੋਲ ਰਹੇ ਨੇ। ਸਾਧ ਸੰਗਤ ਜੀ ਉਹ ਕਹਿਣਾ ਚਾਹੁੰਦੇ ਨੇ, ਮੈਂ ਸਮਰਾਈਜ਼ ਕਰ ਦਿੰਦਾ। ਉਹ ਕਹਿਣਾ ਚਾਹੁੰਦੇ ਨੇ ਕਿ ਜੇ ਕਿਹਦਾ ਧਿਆਨ ਨਹੀਂ ਲੱਗਦਾ ਤਾਂ ਉਹ ਸਵੇਰੇ 6 ਵਜੇ, ਦੁਪਹਿਰੇ 12 ਵਜੇ, ਸ਼ਾਮੀ 6 ਵਜੇ ਜਾਂ ਰਾਤ ਦੇ 12 ਵਜੇ ਟਰਾਈ ਕਰੇਗਾ ਤਾਂ ਉਹਦਾ ਧਿਆਨ ਛੇਤੀ ਕਾਗਰ ਹੋ ਜਾਏਗਾ, ਕਿਉਂਕਿ ਉਦੋਂ ਜਿਹੜੀਆਂ ਨੇ ਚੇਂਜ ਓਵਰ ਹੁੰਦੀਆਂ। ਠੀਕ ਹੈ ਜੀ, ਇਹੋ ਕਹਿਣਾ ਚਾਹੁੰਦੇ ਬਲਵਿੰਦਰ ਕੌਰ ਜੀ? ਬਿਲਕੁਲ ਸਹੀ ਹੈ, ਬਿਲਕੁਲ ਜੀ। ਠੀਕ ਹੈ, ਬੜੀ ਮਿਹਰਬਾਨੀ। ਅੱਛਾ ਨਿਜਰ ਸਾਹਿਬ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰ ਦਈਏ? ਹਾਂਜੀ, ਉਹ ਅਰਦਾਸ ਕਰ ਦੇਣਾ ਜੀ ਪਲੀਜ਼ ਗੋਰਖੀ ਸਾਹਿਬ। ਠੀਕ, ਇੱਕ ਵੀਰ ਜੀ ਆਪਣੀ ਵੀ ਅਰਦਾਸ ਕਰ ਦਿਓ। ਇਹਨਾਂ ਦੀ ਭਾਣਜੀ ਹੈ ਜੀ ਹਰਪਾਲ ਕੌਰ। ਹਾਂਜੀ ਵੀਰ, ਹਾਂਜੀ ਵੀਰ ਜੀ, ਆਪਣੇ ਨਾ ਮੇਰੇ ਭਣੋਈਆ ਸਾਹਿਬ ਨੇ, ਉਹ ਆਪਣੇ ਨਾ PGI ਚ ਦਾਖਲ ਨੇ। ਹਾਰਟ ਦਾ ਬਲੋਕੇਜ ਆ ਗਈ ਇੱਕ ਉਹਨਾਂ ਦੇ ਫੇਫੜਿਆਂ, ਉਹ ਡਾਕਟਰਾਂ ਨੇ ਥੋੜਾ ਜਿਹਾ ਜਵਾਬ ਦਿੱਤਾ ਹੋਇਆ, ਉਹਨਾਂ ਨੂੰ ਹੋ ਗਿਆ ਹਫਤਾ। ਤੇ ਪਲੀਜ਼ ਬੇਨਤੀ ਕਰ ਦਿਓ ਸਾਰੀ ਸੰਗਤ, ਤੁਸੀਂ ਡਾਇਟ ਕਰ ਲਿਆ ਕਰੋ। ਹਾਂਜੀ ਕੀਤੀ ਆ ਤਾਂ ਉਨੀ ਕੁ ਤਾਂ ਥੋੜੀ ਆਪ ਜੀ ਦੀ ਕਿਰਪਾ ਨਾਲ ਚੱਲ ਰਿਹਾ। ਥੋੜੀ ਜਿਹੀ ਡਾਕਟਰਾਂ ਨੇ ਹੁਣ ਥੋੜਾ ਅੱਜ ਸਿਹਤ ਚ ਹੀ ਮਿਲੀ ਆ। ਠੀਕ ਹੈ। ਹਾਂਜੀ, ਬਾਕੀ ਤੁਸੀਂ ਸੰਗਤ ਦੇ ਨਾਲ ਹੀ ਤਰਨਾ ਜੀ। ਬਹੁਤ ਵਧੀਆ ਜੀ। ਠੀਕ ਹੈ। ਹਾਂਜੀ, ਸੰਗਤ ਤੋਂ ਬਿਨਾਂ ਕੁਛ ਨਹੀਂ ਅਸੀਂ। ਕੋਈ ਨਹੀਂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ ਨੇ, ਤੁਹਾਨੂੰ ਬੱਚੇ ਸੁਣ ਕੇ ਮਾਫ ਕਰੋਗੇ। ਤੁਸ਼ ਪਾਣੀ ਪੜ੍ਹਨ ਦੀ ਆਗਿਆ ਬਖਸ਼ੋ, ਮੇਰੇ ਮਾਲਿਕ ਮਿਹਰ ਕਰੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨਾ, ਨਾਮਦਾਨ ਬਖਸ਼ਣਾ, ਸੁਖ ਸ਼ਾਂਤੀ ਬਖਸ਼ਣੀ, ਦਿਨ ਰੁਕਤਾ ਬਖਸ਼ਣੀ, ਪੜਿਆ ਸੁਣਿਆ ਭਾਵ ਹਿਰਦੇ ਵਿੱਚ ਵਸਾਉਣਾ। ਮੇਰੇ ਮਾਲਿਕ ਮਿਹਰ ਕਰੋ। ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ। ਇੱਕ ਸਾਧਕ ਨੇ ਉਹ ਆਪਣੇ ਰਿਸ਼ਤੇਦਾਰਾਂ ਦਾ ਸਰੀਰ ਕਸ਼ਟ ਨੂੰ ਦੂਰ ਕਰਨ ਵਾਸਤੇ ਅਰਦਾਸ ਕਰਾਉਂਦੇ ਨੇ। ਇੱਕ ਬਜ਼ੁਰਗ ਨੇ ਆਪਣੇ ਬੱਚੀ ਦਾ ਕਸ਼ਟ ਦੂਰ ਕਰਨ ਵਾਸਤੇ ਅਰਦਾਸ ਕਰਾਉਣਾ ਚਾਹੁੰਦੇ। ਮਿਹਰ ਕਰੋ। ਆਪ ਜਾਣੀ ਜਾਣ ਜੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਨਾਮਦਾਨ ਬਖਸ਼ੋ। ਮੇਰੇ ਮਾਲਿਕ ਅਸੀਂ ਆਪ ਜੀ ਦੀ ਜਿਹੜੀ ਅਰਦਾਸ ਕਰ ਸਕਦੇ ਹਾਂ। ਮਿਹਰ ਕਰੋ ਮੇਰੇ ਮਾਲਿਕ। ਨਾ ਜਾ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।